ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਨ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਅੰਤਕ ਕੀ ਪਾਸਨ ਬਚਾਏ ਨਿਜ ਦਾਸਨ ਕੋ हाथ में सरासन अरूढ़त तरंग के कमल बिलसाल दल लोचन दयाल कल लोकन बिलोक कै अशोक करे संग के अंतक की पासन बचाए निज दासन को
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜਾਗਦੀ ਜੋਤ 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਦਇਆ ਸਦਕਾ ਪਵਿੱਤਰ ਸਤਸੰਗਤ ਦੀਆਂ ਘੜੀਆਂ ਸਵਾਸਾਂ ਦੇ ਸਫਲ ਕਰਨ ਨੂੰ ਪ੍ਰਾਪਤ ਹੋਈਆਂ ਹਨ। ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜਸ ਆਓ ਮਨ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਮੰਗਲਾ ਚਰਨ ਕਵੀਰਾਜ ਜੀ ਕਰ ਰਹੇ ਹਨ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਰਸਦਿਆਂ ਹੋਇਆਂ ਕਵੀਰਾਜ ਜੀ ਨੇ ਜੋ ਕੱਲ੍ਹ ਦੇ ਦਿਨ ਕਥਾ ਆਈ, ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਨੇ ਸੱਚੇ ਪਾਤਸ਼ਾਹ ਧਰਮ ਦਾ ਰਾਜ ਸਥਾਪਿਤ ਕੀਤਾ। ਮਹਾਰਾਜ ਆਪਣੇ ਪਰਿਵਾਰ ਦਾ ਬਲੀਦਾਨ ਦੇ ਕਰਕੇ ਹਿੰਦ ਦੀ ਰੱਖਿਆ ਕੀਤੀ। ਸੱਚੇ ਪਾਤਸ਼ਾਹ ਹਿੰਦ ਨੂੰ ਬੁਲੰਦ ਕੀਤਾ, ਵੱਡਿਆਂ ਕੀਤਾ, ਜੀਆਂ ਦੇ ਪਾਪ ਨਾਸ਼ ਕੀਤੇ। ਸੱਚੇ ਪਾਤਸ਼ਾਹ ਸਦੀਆਂ ਤੋਂ ਗੁਲਾਮੀ ਝੱਲਦੇ ਆ ਰਹੇ ਲੋਕ ਆਪ ਜੀ ਨੇ ਸੱਚੇ ਪਾਤਸ਼ਾਹ ਆਜ਼ਾਦੀ ਦਾ ਸਾਹ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕੀਤਾ। ਜਿਹੜੇ ਗਿੱਦੜ ਸਨ ਸੱਚੇ ਪਾਤਸ਼ਾਹ ਲੜ ਨਹੀਂ ਸੀ ਸਕਦੇ, ਮਹਾਰਾਜ ਉਹਨਾਂ ਨੂੰ ਸ਼ੇਰਾਂ ਵਰਗੇ ਬਲਵਾਨ ਕਰ ਦਿੱਤਾ, ਕੀੜੀਆਂ ਤੋਂ ਹਾਥੀ ਵਰਗੇ ਮਜ਼ਬੂਤ ਕਰ ਦਿੱਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੇ ਗਰੁੜ ਦੀ ਤਰ੍ਹਾਂ ਐਸੇ ਬਲਵਾਨ ਕਰ ਦਿੱਤੇ, ਜ਼ਾਲਮਾਂ ਦੇ ਜ਼ੁਲਮ ਦੀ ਜ਼ਹਿਰ ਨੂੰ ਨਾਸ਼ ਕਰਨ ਵਾਲਾ ਖਾਲਸਾ ਪੰਥ ਆਪ ਜੀ ਨੇ ਪ੍ਰਗਟ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਮਨਾਉਂਦਿਆਂ ਹੋਇਆਂ ਕਵੀਰਾਜ ਜੀ ਨੇ ਜੋ ਕੱਲ੍ਹ ਜਿੱਥੇ ਕਬੀਅਤ ਦੀ ਸਮਾਪਤੀ ਹੋਈ ਸੀ, ਬੇਨਤੀ ਕੀਤੀ ਸੀ ਤੋਸੋ ਨਹੀਂ ਦਾਤਾ ਕੋਊ, ਮੋਸੋ ਨਾ ਭਿਖਾਰੀ ਦੀਨ, ਤੋਸੋ ਨਾ ਦਇਆਲ ਦੁਖੀ ਮੋਸੋ ਨਾ ਅਲਾਈਏ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਵੀਰਾਜ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਵਰਗਾ ਕੋਈ ਦਾਤਾ ਨਹੀਂ, ਮੇਰੇ ਵਰਗਾ ਕੋਈ ਮੰਗਤਾ ਭਿਖਾਰੀ ਨਹੀਂ। ਸੱਚੇ ਪਾਤਸ਼ਾਹ ਆਪ ਵਰਗਾ ਕੋਈ ਦਿਆਲੂ ਨਹੀਂ, ਮੇਰੇ ਵਰਗਾ ਕੋਈ ਦੁਖੀ ਨਹੀਂ ਲੱਭਣਾ। ਇਹ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਵੀਰਾਜ ਜੀ ਨੇ ਬੇਨਤੀ ਕੀਤੀ। ਅਗਲਾ ਵੀ ਕਬਿੱਤ ਜਿਵੇਂ ਬੇਨਤੀ ਪੂਰਵਕ ਆ ਰਿਹਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਜਿਵੇਂ ਕਵੀਰਾਜ ਬੇਨਤੀ ਕਰ ਰਹੇ ਹਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿੱਤ ਅੰਤਕ ਕੀ ਪਾਸਨ ਬਚਾਏ ਨਿਜ ਦਾਸਨ ਕੋ। ਕਵੀਰਾਜ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਜੀ, ਜੋ ਅੰਤਕ ਯਮ ਹੈ, ਯਮ ਦੀ ਜੋ ਪਾਸਨ ਫਾਹੀ ਹੈ, ਮਹਾਰਾਜ ਆਪਣਾ ਦਾਸ ਜਾਣ ਕੇ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਯਮ ਦੀ ਫਾਹੀ ਤੋਂ ਬਚਾ ਲਓ। ਸੱਚੇ ਪਾਤਸ਼ਾਹ ਯਮ ਦੀ ਜੋ ਮੌਤ ਰੂਪੀ ਫਾਹੀ ਹੈ, ਮਹਾਰਾਜ ਆਪਣਾ ਸੇਵਕ ਜਾਣ ਕਰਕੇ ਸਾਡੀ ਰੱਖਿਆ ਕਰੋ। ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਆਪ ਆਪਣੇ ਸੇਵਕਾਂ ਦੀ ਰੱਖਿਆ ਕਰਦੇ ਹੋ। ਜਮਾਂ ਦੀਆਂ ਫਾਹੀਆਂ ਸੱਚੇ ਪਾਤਸ਼ਾਹ ਜੀ ਤੋੜ ਦੇਣ ਵਾਲੇ ਹੋ। ਹਾਥ ਮੈਂ ਸਰਾਸਨ ਅਰੂਢਤ ਤੁਰੰਗ ਕੇ। ਸੱਚੇ ਪਾਤਸ਼ਾਹ ਜੀ ਦਾ
ਦਰਸ਼ਨ ਕਰਦੇ ਹੋਏ ਧਿਆਨ ਵਿੱਚ ਕਬੀਰਾਜ ਜੀ ਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਮੂਰਤ ਬਸੀ ਹੋਈ ਹੈ। ਸੱਚੇ ਪਾਤਸ਼ਾਹ ਜੀ ਦਾ ਧਿਆਨ ਵਿੱਚ ਦਰਸ਼ਨ ਕਰਦੇ ਹੋਏ ਨਾਲੇ ਬੇਨਤੀਆਂ ਕਰਦੇ ਹੈ, ਨਾਲੇ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਰੂਪ ਦਾ ਦਰਸ਼ਨ ਕਰਦੇ ਆ ਉਸ ਸਰੂਪ ਦਾ ਨਿਰੂਪਣ ਕਰਦੇ ਹਨ। ਕੈਸਾ ਹੈ ਸਰੂਪ ਸੱਚੇ ਪਾਤਸ਼ਾਹ ਜੀ ਦਾ, ਜਿਸ ਸਰੂਪ ਨੂੰ ਧਿਆਨ ਵਿੱਚ ਕਵੀਰਾਜ ਟਿਕਾ ਕਰਕੇ ਬੇਨਤੀ ਕਰ ਰਹੇ ਹਨ। ਦੱਸਦੇ ਹਨ ਕੈਸਾ ਸਰੂਪ ਹੈ। ਹਾਥ ਮੈਂ ਸਰਾਸਨ ਅਰੂਢਤ ਤੁਰੰਗ ਕੇ। ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਧਨੁਸ਼ ਪਕੜਿਆ ਹੋਇਆ ਗਰੀਬ ਨਵਾਜ ਜੀ ਦੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੀਲੇ ਘੋੜੇ ਤੇ ਸਵਾਰ ਹਨ। ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਘੋੜੇ ਦੇ ਉੱਤੇ ਸਵਾਰ ਫੱਬ ਰਹੇ ਹੈ। ਗਰੀਬ ਨਵਾਜ ਸਤਿਗੁਰਾਂ ਜੀ ਦੇ ਹਸਤ ਕਮਲ ਦੇ ਅੰਦਰ ਧਨੁਸ਼ ਜਿਹੜਾ ਹੈ ਉਹ ਪਕੜਿਆ ਹੋਇਆ ਹੈ। ਕਮਲ ਵਿਸਾਲ ਦਲ ਲੋਚਨ ਦਇਆਲ ਕਲ। ਸੱਚੇ ਪਾਤਸ਼ਾਹ ਜੀ ਦੇ ਨੇਤਰ ਕੈਸੇ ਆ ਕਵੀਰਾਜ? ਕਵੀਰਾਜ ਕਹਿੰਦੇ ਹੈ ਦਇਆ ਦਿਆਲ ਘਰ ਹਨ ਸੱਚੇ ਪਾਤਸ਼ਾਹ ਜੀ ਦੇ ਨੇਤਰ। ਜਿਵੇਂ ਕਮਲ ਫੁੱਲ ਦੀਆਂ ਵਿਸਾਲ ਚੌੜੀਆਂ ਜਿਹੜੀਆਂ ਦਲ ਪੱਤੇ ਪੰਖੜੀਆਂ ਹੁੰਦੀਆਂ ਹਨ, ਇਵੇਂ ਚੌੜੇ ਨੇਤਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਮਲ ਫੁੱਲ ਦੀ ਤਰ੍ਹਾਂ ਖਿੜੇ ਹੋਏ ਹੈ। ਜਿਹੜੇ ਰਸ ਨਾਲ ਭਰੇ ਹੋਏ ਰਸੀਲੇ ਨੈਣ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਨੇਤਰਾਂ ਨਾਲ ਤੱਕਦੇ ਹੈ, ਐਸੀ ਦਇਆ ਹਜੂਰ ਦੇ ਨੇਤਰਾਂ ਤੋਂ ਵਰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਲਯੁਗ ਦੀ ਲੁਕਾਈ ਵੱਲ ਜਦੋਂ ਤੱਕਦੇ ਹਨ ਤੇ ਕੀ ਕਲਾ ਵਰਤਦੀ ਹੈ ਕਵੀਰਾਜ ਦੱਸਦੇ ਹਨ। ਲੋਕਨ ਬਿਲੋਕ ਕੈ ਅਸ਼ੋਕ ਕਰੇ ਸੰਗ ਕੇ। ਜਦੋਂ ਕਲਯੁਗ ਦੀ ਲੁਕਾਈ ਵੱਲ ਸਤਿਗੁਰੂ ਜੀ ਵੇਖਦੇ ਆ ਨਾ, ਜਿੱਧਰ ਜਿੱਧਰ ਨੂੰ ਹਜੂਰ ਦੀ ਨਿਗਾਹ ਦਾ ਅੰਮ੍ਰਿਤ ਵਰਦਾ ਹੈ, ਸਾਰੇ ਦੁਖੀਆਂ ਦੇ ਦੁੱਖ ਹੀ ਟੁੱਟ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਨਿਗਾਹ ਸ਼ੋਕ ਤੋਂ ਰਹਿਤ ਕਰ ਦੇਣ ਵਾਲੀ ਹੈ। ਜਿਹੜੇ ਸਤਿਗੁਰੂ ਜੀ ਦੇ ਸੰਗੀ ਹਨ, ਮਹਾਰਾਜ ਜੀ ਦੀ ਸੰਗਤ ਕਰਦੇ ਹੈ, ਭਾਈ ਆਲਮ ਸਿੰਘ ਜੀ ਵਰਗੇ ਧੰਨ ਹਨ ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸੀਸ ਦੇ ਉੱਪਰ ਚੌਰ ਕਰਦੇ ਹੈ। ਐਸੇ ਰਸੀਲੇ ਨੇਤਰ ਹਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ। ਜੇ ਮਹਾਰਾਜ ਤੱਕਦੇ ਹਨ ਬੈਠੀ ਹੋਈ ਸੰਗਤ ਵੱਲ, ਸਭ ਨਿਹਾਲ ਹੋ ਜਾਂਦੇ ਆ ਹਜੂਰ ਦੀ ਨਿਗਾਹ ਪੈਂਦਿਆਂ ਹੀ। ਦੁਖੀਆਂ ਦੇ ਦੁੱਖ ਟੁੱਟ ਜਾਂਦੇ ਹੈ, ਸਾਰੇ ਸ਼ੋਕ ਤੋਂ ਰਹਿਤ ਹੋ ਜਾਂਦੇ ਜਦੋਂ ਸਤਿਗੁਰਾਂ ਜੀ ਦੀ ਨਿਗਾਹ ਪੈਂਦੀ ਹੈ। ਐਸੀ ਹੀ ਨਿਗਾਹ ਸੱਚੇ ਪਾਤਸ਼ਾਹ ਜੀ ਦੀ ਮਹਾਰਾਜ ਦੀ ਸੈਦ ਖਾਂ ਦੇ ਉੱਤੇ ਪਈ ਸੀ, ਜਦੋਂ ਉਸ ਦੀ ਭੈਣ ਬੇਗਮ ਨਸੀਰਾਂ ਨੇ, ਜੋ ਪੀਰ ਬੁੱਧੂ ਸ਼ਾਹ ਜੀ ਦੇ ਘਰੋਂ ਸੀ, ਉਹਦੇ ਕੋਲ ਰੁਕਿਆ ਸੀ ਨਾ ਦਿੱਲੀ ਆਉਂਦਾ ਹੋਇਆ ਸਢੌਰੇ। ਉਸ ਪੁੱਛਿਆ ਸੀ ਕਿ ਵੀਰ ਤੂੰ ਕਿੱਧਰ ਜਾ ਰਿਹਾ? ਕਹਿੰਦਾ ਮੈਂ ਆਨੰਦਪੁਰ ਸਾਹਿਬ ਚੜ੍ਹਾਈ ਕਰਕੇ ਜਾ ਰਿਹਾ। ਬੇਗਮ ਨਸੀਰਾਂ ਨੇ ਕਿਹਾ ਭਰਾ ਵੀਰ, ਸ਼੍ਰੀ ਆਨੰਦਪੁਰ ਸਾਹਿਬ ਤੇ ਜਿਹੜਾ ਚੜ੍ਹਾਈ ਕਰਕੇ ਗਿਆ ਜਿਉਂਦਾ ਵਾਪਸ ਨਹੀਂ ਆਇਆ। ਉਹ ਅੱਲਾ ਦਾ ਦਰਬਾਰ ਹੈ, ਉਹ ਨਿਰੰਕਾਰ ਦਾ ਘਰ ਹੈ, ਤੂੰ ਕਿੱਥੇ ਚੜ੍ਹਾਈ ਕਰਕੇ ਜਾ ਰਿਹਾ? ਤੇ ਉਹ ਸੈਦ ਖਾਂ ਕਹਿੰਦਾ ਤੂੰ ਮੈਨੂੰ ਇਹੋ ਜਿਹਾ ਪਾਠ ਨਾ ਪੜ੍ਹਾ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਉਂਦਾ ਜਾਂ ਮੁਰਦਾ ਪਕੜਨ ਲਈ ਆਇਆ ਹਾਂ। ਜਦੋਂ ਸੈਦ ਖਾਂ ਨਹੀਂ ਮੰਨਿਆ, ਆਪਣੀ ਮਰਜ਼ੀ ਕਰਦਾ ਹੋਇਆ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਉੱਪਰ ਹਮਲਾਵਰ ਹੋਇਆ, ਤੇ ਬੇਗਮ ਨਸੀਰਾਂ ਨੇ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ, ਮੈਂ ਇਹ ਨਹੀਂ ਕਹਿੰਦੀ ਕਿ ਆਪ ਮੇਰੇ ਵੀਰ ਨੂੰ ਤੀਰ ਨਾ ਮਾਰਿਓ। ਸੱਚੇ ਪਾਤਸ਼ਾਹ ਗਰੀਬ ਨਵਾਜ ਮੇਰੀ ਬੇਨਤੀ ਹੈ, ਇਹਨੂੰ ਆਪਣੇ ਪੱਥੇ ਵਿੱਚੋਂ ਕੱਢ ਕੇ ਤੀਰ ਨਾ ਮਾਰਿਓ, ਇਹਨੂੰ ਆਪਣੇ ਨੇਤਰਾਂ ਦਾ ਤੀਰ ਮਾਰ ਦਿਓ। ਸੱਚੇ ਪਾਤਸ਼ਾਹ ਆਪਣੇ ਨਿਗਾਹ ਨਾਲ ਤੱਕ ਲਿਓ, ਸੱਚੇ ਪਾਤਸ਼ਾਹ ਮਿਹਰ ਕਰ ਦਿਓ। ਇਹ ਜਦੋਂ ਬੇਗਮ ਨਸੀਰਾਂ ਨੇ ਅਰਦਾਸ ਕੀਤੀ, ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਹਮਣੇ ਹੋਇਆ ਸੀ ਮੈਦਾਨੇ ਜੰਗ ਦੇ ਅੰਦਰ, ਸੈਦ ਖਾਂ ਮਨ ਦੇ ਅੰਦਰ ਲੜਦਾ ਹੋਇਆ ਸੋਚ ਰਿਹਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਕਿੱਥੇ ਹੋਣਗੇ, ਕਿਉਂਕਿ ਪੀਰ ਬੁੱਧੂ ਸ਼ਾਹ ਜੀ ਕੋਲੋਂ ਵੀ ਮਹਾਰਾਜ ਦੇ ਸਰੂਪ ਬਾਬਤ ਸੁਣਿਆ ਸੀਗਾ। ਮਨ ਹੀ ਮਨ ਸੋਚਦਾ ਗੁਰੂ ਸਾਹਿਬ ਕੈਸੇ ਲੱਗਦੇ ਹੋਣਗੇ, ਕਿਸ ਤਰ੍ਹਾਂ ਦਾ ਸਰੂਪ ਹੋਵੇਗਾ। ਇੰਨਾ ਸੋਚ ਹੀ ਰਿਹਾ ਸੀ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਘੋੜੇ ਤੇ ਸਵਾਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਾਹਮਣੇ ਆ ਗਏ। ਲਹੂ ਲਿਬੜੀ ਹੋਈ ਤਲਵਾਰ ਹੱਥ ਵਿੱਚ ਫੜੀ ਹੋਈ ਸੈਦ ਖਾਂ ਦੇ। ਜਦੋਂ ਸਤਿਗੁਰਾਂ ਜੀ ਨੇ ਅੰਮ੍ਰਿਤ ਭਰੀ ਨਿਗਾਹ ਨਾਲ ਤੱਕਿਆ ਤੇ ਹੱਥ ਵਿੱਚੋਂ ਤਲਵਾਰ ਛੁਟਕ ਗਈ। ਸੱਚੇ ਪਾਤਸ਼ਾਹ ਜੀ ਕਹਿਣ ਲਿਓ, ਸੈਦ ਖਾਂ ਤੂੰ ਚੜ੍ਹਾਈ ਕਰਕੇ ਆਇਆ, ਵਾਰ ਨਹੀਂ ਕਰਦਾ,
ਘੋੜੇ ਤੋਂ ਉਤਰ ਕੇ ਸੈਦ ਖਾਂ ਨੇ ਹਜੂਰ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ। ਮਹਾਰਾਜ ਮੈਂ ਆਪ ਦਾ ਮੁਰੀਦ ਹਾਂ। ਐਸੇ ਰਸੀਲੇ ਨੇਤਰ ਹਨ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ। ਜੇ ਦੁਸ਼ਮਣ ਤੇ ਵੀ ਅੰਮ੍ਰਿਤ ਦੀ ਨਿਗਾਹ ਪੈਂਦੀ ਹੈ ਤੇ ਉਹ ਦੁਸ਼ਮਣ ਵੀ ਸੱਚੇ ਪਾਤਸ਼ਾਹ ਜੀ ਦੇ ਚਰਨੀ ਆ ਕਰਕੇ ਲੱਗਦਾ ਹੈ। ਇਹ ਸੱਚੇ ਪਾਤਸ਼ਾਹ ਕਲਯੁਗ ਦੇ ਜੀਆਂ ਦੇ ਤਿੰਨੇ ਤਾਪ ਆਪ ਜੀ ਦੀ ਨਿਗਾਹ ਨਾਲ ਹੀ ਨਾਸ਼ ਹੁੰਦੇ ਆ। ਸੱਚੇ ਪਾਤਸ਼ਾਹ ਜਿਹੜੇ ਆਪ ਜੀ ਦੀ ਸੰਗਤ ਕਰਨ ਵਾਲੇ ਸੰਗੀ ਹੈ, ਆਪ ਜੀ ਦੀ ਅੰਮ੍ਰਿਤ ਭਰੀ ਨਿਗਾਹ ਨੂੰ ਪਾ ਕਰਕੇ ਨਿਹਾਲ ਹੁੰਦੇ ਆ। ਅੰਮ੍ਰਿਤ ਵਰਦਾ ਸੱਚੇ ਪਾਤਸ਼ਾਹ ਆਪ ਜੀ ਦੇ ਲਾਜ ਭਰੇ ਨੇਤਰਾਂ ਤੋਂ ਦਇਆ ਦੇ ਘਰ ਹਨ ਆਪ ਜੀ ਦੇ ਨੇਤਰ। ਸੋਚਨ ਵਿਮੋਚਨ ਕੋ ਪੋਚਨ ਸੰਕੋਚੇ ਜਗ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੀ ਜਦੋਂ ਨਿਗਾਹ ਮਿਹਰ ਭਰੀ ਪੈਂਦੀ ਹੈ ਨਾ, ਗਰੀਬ ਨਵਾਜ਼ ਜਿਹੜੇ ਆਪ ਦੀ ਦ੍ਰਿਸ਼ਟੀ ਥੱਲੇ ਆ ਜਾਂਦੇ ਐ, ਉਹਨਾਂ ਦੀਆਂ ਸਾਰੀਆਂ ਸੋਚਾਂ ਨੂੰ ਆਪ ਵਿਮੋਚਨ ਕੱਟ ਦਿੰਦੇ ਹੋ। ਸਾਰੀਆਂ ਚਿੰਤਾਵਾਂ ਜਿੰਨੇ ਝੋਰੇ ਅੰਦਰ ਹੁੰਦੇ ਐ, ਸਾਰੀਆਂ ਚਿੰਤਾਵਾਂ ਨੂੰ ਝੋਰਿਆਂ ਨੂੰ ਸੱਚੇ ਪਾਤਸ਼ਾਹ ਆਪ ਕੱਟ ਦਿੰਦੇ ਹੋ, ਨਾਸ਼ ਕਰ ਦੇਣ ਵਾਲੇ ਹੋ। ਇਸੇ ਪ੍ਰਕਾਰ ਹੀ ਸੋਚਨ ਵਿਮੋਚਨ ਕੋ ਪੋਚਨ ਸੰਕੋਚੇ ਜਗ। ਜਿਹੜੇ ਪੋਚਨ, ਜਿਹੜਾ ਫਾਰਸੀ ਵਿੱਚ ਦੁਸ਼ਟ ਨੂੰ ਇਸ ਪ੍ਰਕਾਰ ਜਿਹੜਾ ਕਿਹਾ ਜਾਂਦਾ ਹੈ, ਜਿਹੜਾ ਪੋਚਨ ਭਾਵ ਪੋਚੂ ਭਾਵ ਦੁਸ਼ਟ ਹੋਵੇ, ਇਸ ਪ੍ਰਕਾਰ ਕਹਿੰਦੇ ਜਿਹੜੇ ਦੁਸ਼ਟ ਹਨ ਨਾ ਜਗ ਦੇ ਅੰਦਰ, ਉਹ ਸੱਚੇ ਪਾਤਸ਼ਾਹ ਆਪ ਦਾ ਪ੍ਰਤਾਪ ਵੇਖ ਕਰਕੇ ਮਹਾਰਾਜ ਸਾਰੇ ਸੰਕੋਚ ਗਏ ਆ, ਡਰ ਗਏ ਆ, ਭੈ ਭੀਤ ਹੋ ਗਏ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਉਹ ਬਸੀਆਂ ਦਾ ਪਠਾਨ ਸੀਗਾ, ਉਹਨੂੰ ਇਹੋ ਜੀ ਸਜ਼ਾ ਦਿੱਤੀ ਸੀ। ਬ੍ਰਾਹਮਣ ਦੀ ਇਸਤਰੀ ਚੁੱਕ ਕੇ ਲੈ ਗਿਆ ਸੀ। ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਭੇਜ ਕੇ ਸੱਚੇ ਪਾਤਸ਼ਾਹ ਨੇ ਉਹਨੂੰ ਜਿਉਂਦਾ ਪਕੜ ਕੇ ਆਨੰਦਪੁਰ ਸਾਹਿਬ ਮੰਗਵਾਇਆ ਤੇ ਹਜੂਰ ਨੇ ਫਿਰ ਸਜ਼ਾ ਦਿੱਤੀ ਸੀ। ਭਾਵੇਂ ਕਿ ਸਜ਼ਾ ਥੋੜ੍ਹੀ ਹੋਰ ਵੀ ਦੇ ਦਿੰਦੇ, ਪਰ ਸੱਚੇ ਪਾਤਸ਼ਾਹ ਨੇ ਦੂਸਰਿਆਂ ਨੂੰ ਸਬਕ ਸਿਖਾਉਣ ਲਈ ਸਜ਼ਾ ਦਿੱਤੀ। ਉਹਨੂੰ ਸੱਚੇ ਪਾਤਸ਼ਾਹ ਨੇ ਧਰਤੀ ਵਿੱਚ ਗੜਵਾ ਕੇ ਉੱਤੇ ਦਹੀਂ ਪਾ ਕੇ ਕੁੱਤਿਆਂ ਤੋਂ ਤੜਵਾ ਦਿੱਤਾ ਸੀ। ਮਹਾਰਾਜ ਨੇ ਤਾਂਕ ਜੰਮ ਗਈ ਸੀ ਸੱਚੇ ਪਾਤਸ਼ਾਹ ਜੀ ਦੀ। ਕੋਈ ਵੀ ਕਿਸੇ ਨਾਲ ਧੱਕਾ ਨਹੀਂ ਸੀ ਕਰਦਾ, ਕੋਈ ਜ਼ੁਲਮ ਨਹੀਂ ਸੀ ਕਰਦਾ। ਸਾਰੇ ਦੁਸ਼ਟ ਲੋਕ ਜਿਹੜੇ ਸੀ ਡਰ ਗਏ ਸੀ, ਭੈ ਭੀਤ ਹੋ ਗਏ ਸੀ, ਸੰਕੋਚ ਗਏ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਮੁਖਾਰ ਬਿੰਦ ਦਾ ਏਡਾ ਵੱਡਾ ਪ੍ਰਤਾਪ ਹੈ। ਦੁਖੀ ਲੋਕ ਜਿਹੜੇ ਆ, ਗੁਰੂ ਘਰ ਦੇ ਵੈਰੀ ਲੋਕ ਜਿਹੜੇ ਆ, ਉਹ ਸਾਰੇ ਸੰਕੋਚ ਗਏ, ਡਰ ਗਏ ਸੱਚੇ ਪਾਤਸ਼ਾਹ ਆਪ ਦਾ ਪ੍ਰਤਾਪ ਵੇਖ ਕਰਕੇ। ਨਯੋ ਪੰਥ ਧਾਰੀ ਬਲਿਹਾਰੀ ਅੰਗ ਅੰਗ ਕੇ। ਨਵਾਂ ਪੰਥ ਕਿਹੜਾ? ਖਾਲਸਾ ਪੰਥ ਨੂੰ ਸੱਚੇ ਪਾਤਸ਼ਾਹ ਆਪ ਸਿਰਜਣ ਵਾਲੇ ਹੋ। ਨਵੇਂ ਪੰਥ ਦੀ ਸਿਰਜਣਾ ਕਰਨ ਵਾਲੇ ਹੋ। ਕਿਉਂਕਿ ਪਹਿਲਾਂ ਸੰਸਾਰ ਦੇ ਅੰਦਰ 4 ਵਰਨ ਸੀਗੇ ਤੇ ਇਹਨਾਂ ਵਰਨਾਂ ਦੀ ਬੜੀ ਭਾਰੀ ਵੰਡ ਸੀ ਸਮਾਜ ਦੇ ਅੰਦਰ। ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ 4 ਵਰਨਾਂ ਨੂੰ ਮੈਂ ਇੱਕ ਕਰ ਦਿਆਂਗਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ 4 ਵਰਨਾਂ ਨੂੰ ਇੱਕ ਕਰਕੇ ਖਾਲਸਾ ਪੰਥ ਜਿਹੜਾ ਸੀ ਨਾ, ਇਹ ਨਵੀਨ ਪੰਥ, ਨਵਾਂ ਪੰਥ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿਰਜਣਾ ਕੀਤਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਉਪਮਾ ਕਰਦੇ ਹੋਏ ਕਵੀਰਾਜ ਫਰਮਾਉਂਦੇ ਆ, ਬਲਿਹਾਰੀ ਅੰਗ ਅੰਗ ਕੇ। ਇਹ ਸੱਚੇ ਪਾਤਸ਼ਾਹ ਆਪ ਜੀ ਦੇ ਅੰਗ ਅੰਗ ਦੇ ਮੈਂ ਬਲਿਹਾਰੀ ਜਾਣਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਪਵਿੱਤਰ ਸਰੂਪ ਦੀ ਸੋਭਾ ਕੀ ਕਰਾਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਸ਼ਬਦ ਕੋਸ਼ ਮੁੱਕਦਾ ਹੈ। ਮੇਰਾ ਮਨ ਇਉਂ ਕਰਦਾ ਕਿ ਮੈਂ ਆਪ ਜੀ ਦੇ ਅੰਗ ਅੰਗ ਤੋਂ ਬਲਿਹਾਰ ਹੋਵਾਂ, ਆਪਣਾ ਆਪਾ ਕੁਰਬਾਨ ਕਰਦੇ ਆ। ਬਾਗ ਜਿਗਾ ਸੰਗ ਖਚੇ ਮਾਣਕ ਸੁਰੰਗ ਰੰਗ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਸਰੂਪ ਦਾ ਇਹੋ ਜਿਹਾ ਧਿਆਨ ਵਿੱਚ ਜਿਹੜਾ ਹੈ ਉਹ ਦਰਸ਼ਨ ਕਰਦਿਆਂ ਹੋਇਆਂ ਕਵੀਰਾਜ ਕਹਿੰਦੇ ਐ ਕਿ ਮਹਾਰਾਜ ਦੇ ਸੀਸ ਦੇ ਉੱਪਰ ਪਾਗ ਜਿਹੜੀ ਭਾਵ ਦਸਤਾਰ ਸਜੀ ਹੋਈ ਹੈ ਤੇ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਸਜੀ ਹੋਈ ਦਸਤਾਰ ਦੇ ਉੱਤੇ ਜਿਗਾ ਸਜ ਰਹੀ ਹੈ। ਇਹ ਗੋਲਾਕਾਰ ਹੁੰਦੀ ਹੈ ਜਿਗਾ। ਕਲਗੀ ਸਾਹਿਬ ਦੇ ਥੱਲੇ ਇਸ ਨੂੰ ਸਜਾਇਆ ਜਾਂਦਾ ਹੈ, ਇਸ ਦੇ ਉੱਪਰ ਕਲਗੀ ਸਾਹਿਬ ਸਜਾਈ ਜਾਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਪਵਿੱਤਰ ਸੀਸ ਦੇ ਉੱਪਰ ਸੁੰਦਰ ਦਸਤਾਰ ਫੱਬ ਰਹੀ ਹੈ ਤੇ ਦਸਤਾਰ ਦੇ ਉੱਪਰ ਸਜੀ ਹੋਈ ਜਿਹੜੀ ਜਿਗਾ ਹੈ ਉਹ ਕੈਸੀ ਹੈ? ਇਸੇ ਪ੍ਰਕਾਰ ਹੀ ਬਾਗ ਜਿਗਾ ਸੰਗ ਖਚੇ ਮਾਣਕ ਸੋ ਰੰਗ ਰੰਗ। ਜਿਹੜੇ ਮਾਣਕ ਮੋਤੀ ਹਨ ਨਾ, ਸੁੱਚੇ ਮੋਤੀ, ਸੋ ਰੰਗ ਰੰਗ, ਜਿਹੜੇ ਸ੍ਰੇਸ਼ਟ ਰੰਗਾਂ ਦੀ ਝਲਕ ਪੈ ਰਹੀ ਜਿਨ੍ਹਾਂ ਮੋਤੀਆਂ ਦੇ ਵਿੱਚੋਂ, ਐਸੇ ਸੁੱਚੇ ਮੋਤੀ ਜਿਹੜੇ ਉਹ ਜਿਗਾ ਦੇ ਅੰਦਰ ਜੜੇ ਹੋਏ ਹੈ।
ਉਹ ਜਿਗਾ ਜਿਹੜੀ ਗੋਲਾਕਾਰ ਹੈ, ਉਸ ਦੇ ਅੰਦਰ ਸੁੱਚੇ ਮੋਤੀ ਜਿਹੜੇ ਉਸ ਜਿਗਾ ਦੇ ਅੰਦਰ ਜੜੇ ਹੋਏ ਹਨ, ਰੰਗਾਂ ਰੰਗਾਂ ਦਾ ਉਹਨਾਂ ਵਿੱਚੋਂ ਪ੍ਰਕਾਸ਼ ਪੈਂਦਾ ਏ। ਵਾਰੋ ਮੈਂ ਉਮੰਗ ਮਨ ਕਲਗੀ ਉਤੰਗ ਕੇ। ਕਵਿਰਾਜ ਕਹਿੰਦੇ ਆ, ਹੇ ਸੱਚੇ ਪਾਤਸ਼ਾਹ ਮੇਰਾ ਮਨ ਮੋਹਿਤ ਹੋ ਗਿਆ ਆਪ ਜੀ ਦੇ ਸੀਸ ਤੇ ਉੱਚੀ ਕਲਗੀ ਸਾਹਿਬ ਝੂਲਦੀ ਵੇਖ ਕਰਕੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਗਰੀਬ ਹੋਰ ਕੀ ਭੇਟ ਕਰ ਸਕਦਾ ਹੈ, ਆਪ ਜੀ ਦੀ ਉਸ ਝੂਲਦੀ ਹੋਈ ਸੁੰਦਰ ਕਲਗੀ ਸਾਹਿਬ ਵੱਲ ਨੂੰ ਵੇਖ ਕਰਕੇ ਮੇਰਾ ਦਿਲ ਕਰਦਾ ਮੈਂ ਆਪ ਦਾ ਸੀਸ ਭੇਟ ਕਰ ਦਿਆਂ ਆਪ ਦੇ ਚਰਨਾਂ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੀ ਝੂਲਦੀ ਹੋਈ ਕਲਗੀ ਸਾਹਿਬ ਵੇਖ ਕਰਕੇ ਮੈਂ ਵਾਰ ਨੇ ਬਲਹਾਰ ਕੁਰਬਾਨ ਜਾਂਦਾ ਹਾਂ। ਸਵਈਆ ਛੱਬ ਛਾਪ ਛਲਾਇਨ ਚਾਰ ਛਕੀ। ਹੁਣ ਇੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਰਾਜਸੀ ਸਰੂਪ ਪ੍ਰਗਟ ਕਰਦੇ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਕੈਸੀ ਰਾਜਿਆਂ ਵਾਲੀ ਪ੍ਰਭਾ ਹੈ, ਰਾਜਿਆਂ ਵਾਲੀ ਸੋਭਾ ਹੈ। ਸੱਚੇ ਪਾਤਸ਼ਾਹ ਜਦੋਂ ਹਜੂਰ ਤਖਤ ਤੇ ਸਜਦੇ ਹੈ ਤੇ ਦਿੱਲੀ ਦਾ ਦਰਬਾਰ ਵੀ ਜਿਹੜਾ ਨਾ ਉਹ ਇੰਨਾ ਸੁੰਦਰ ਨਹੀਂ ਜਿੰਨਾ ਸੁੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਦਰਬਾਰ ਸਜਦਾ ਹੈ। ਇੰਦਰ ਦੀ ਜਿਹੜੀ ਸਭਾ ਹੈ ਉਹ ਵੀ ਲੱਜਤ ਹੋ ਜਾਂਦੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਇਹੋ ਜਿਹਾ ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਦਰਬਾਰ ਸਜਦਾ ਹੈ, ਬੜਾ ਅਲੌਕਿਕ ਦਰਬਾਰ। ਸੱਚੇ ਪਾਤਸ਼ਾਹ ਦਾ ਰਾਜਸੀ ਸਰੂਪ ਜਿਹੜਾ ਹੈ ਉਹ ਕਵਿਰਾਜ ਇਸ ਸਵਈਏ ਦੇ ਅੰਦਰ ਸਰੂਪ ਜਿਹੜਾ ਚਿੱਤਰ ਰਹੇ ਹਨ, ਕੈਸਾ ਸਰੂਪ ਹੈ ਫਰਮਾਉਂਦੇ ਹਨ। ਛੱਬ ਛਾਪ ਛਲਾਇਨ ਚਾਰ ਛਕੀ। ਕਹਿੰਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੀਆਂ ਛਾਪਾਂ ਜਾਂ ਜਿਹੜੇ ਛੱਲੇ ਸੱਚੇ ਪਾਤਸ਼ਾਹ ਆਪ ਜੀ ਨੇ ਆਪਣੇ ਘਰ ਕਮਲਾਂ ਵਿੱਚ ਧਾਰਨ ਕੀਤੇ ਆ, ਉਹਨਾਂ ਦੀ ਸੋਭਾ ਤਾਂ ਬੜੀ ਅਸਚਰਜੀ ਹੋ ਰਹੀ ਹੈ, ਵਿਸਮਾਦ ਹੋ ਰਿਹਾ ਹੈ। ਸੱਚੇ ਪਾਤਸ਼ਾਹ ਜੇ ਕੋਈ ਵਸਤੂ ਜਾਂ ਵਸਤਰ ਜਾਂ ਗਹਿਣਾ ਉਹਦੀ ਸੋਭਾ ਆਪਦੇ ਸਰੀਰ ਨਾਲ ਲੱਗਣੇ ਕਰਕੇ ਹੋਰ ਵੀ ਸੱਚੇ ਪਾਤਸ਼ਾਹ ਵੱਧ ਜਾਂਦੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਇਉਂ ਹੱਥਾਂ ਵਿੱਚ ਪਹਿਨੇ ਹੋਏ ਕਵਿਰਾਜ ਜ਼ਿਕਰ ਕਰ ਰਹੇ ਆ, ਕਿਉਂਕਿ ਰਾਜਿਆਂ ਵਰਗੀ ਪ੍ਰਭਾ ਸੱਚੇ ਪਾਤਸ਼ਾਹ ਜੀ ਦਾ ਸਰੂਪ ਪ੍ਰਗਟ ਕਰ ਰਹੇ ਹਨ। ਭਾਵੇਂ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜੂਰ ਨੇ ਮਰਿਆਦਾ ਕਾਇਮ ਕੀਤੀ ਹੈ, ਵਿਵੇਕ ਦੇ ਵਾਸਤੇ ਸਤਿਗੁਰਾਂ ਜੀ ਨੇ ਆਗਿਆ ਕੀਤੀ ਹੈ ਕਿ ਛਾਪਾਂ ਛੱਲੇ ਜਿਹੜੇ ਹੈ ਇਹ ਇਸ ਪ੍ਰਕਾਰ ਨਹੀਂ ਪਹਿਨਣੇ ਚਾਹੀਦੇ, ਗੁਰਮਤਿ ਵਿੱਚ ਨਹੀਂ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਮਰਿਆਦਾ ਬਖਸ਼ਿਸ਼ ਕੀਤੀ ਹੈ, ਪਰ ਹਜੂਰ ਆਪ ਤਖਤ ਦੇ ਮਾਲਕ ਰਾਜੇ ਹਨ। ਸੱਚੇ ਪਾਤਸ਼ਾਹ ਜੀ ਦਾ ਜੇ ਪਟਨਾ ਸਾਹਿਬ ਜੀ ਦਾ ਇਤਿਹਾਸ ਆਪਾਂ ਸਰਵਣ ਕਰਦੇ ਹਾਂ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਹੱਥਾਂ ਵਿੱਚ ਸੋਨੇ ਦੇ ਕੰਗਣ ਪਹਿਨਿਆ ਕਰਦੇ ਸੀ। ਜਿਹੜਾ ਕੰਗਣ ਸੱਚੇ ਪਾਤਸ਼ਾਹ ਜੀ ਮਹਾਰਾਜ ਖੇਲਦਿਆਂ ਹੋਇਆਂ ਗੰਗਾ ਵਿੱਚ ਜਿਹੜਾ ਸੀ ਡਿੱਗ ਗਿਆ ਸੀਗਾ, ਤੇ ਮਾਤਾ ਜੀ ਨੇ ਜਦੋਂ ਤਾੜਨਾ ਕਰਦਿਆਂ ਹੋਇਆਂ ਪੁੱਛਿਆ ਕਿ ਕੰਗਣ ਕਿੱਥੇ ਡਿੱਗਿਆ ਹੈ, ਹਜੂਰ ਨੇ ਦੂਸਰਾ ਵੀ ਹੱਥ ਵਿੱਚੋਂ ਲਾਹ ਕਰਕੇ ਨਦੀ ਵਿੱਚ ਸਿੱਟਦਿਆਂ ਹੋਇਆਂ ਕਿਹਾ, ਮਾਤਾ ਜੀ ਉੱਥੇ ਡਿੱਗਾ ਹੈ। ਮਾਤਾ ਜੀ ਜਾਣਗੇ ਕਿ ਆਪ ਨੂੰ ਕੋਈ ਮਾਇਆ ਨਾਲ ਮੋਹ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਰਾਜਿਆਂ ਵਾਂਗ ਸਤਿਗੁਰੂ ਜੀ ਦਾ ਪਵਿੱਤਰ ਸਰੂਪ ਫੱਬਦਾ ਹੈ। ਜਿਹੜੀ ਇਹ ਗਹਿਣੇ ਹਨ, ਜਿਹੜੇ ਇਹ ਵਸਤਰ ਹਨ, ਇਹਨਾਂ ਦੀ ਜਿਹੜੀ ਸ਼ਕੀ ਸੋਭਾ ਹੈ, ਇਹ ਸ਼ਕੀ ਬੜੀ ਅਸਚਰਜ ਹੈ। ਕਟ ਤੇ ਤਟ ਕਾਛ ਕਛੀ ਬਿਦ ਆਛੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਟ ਕਮਰ ਕੱਸੇ ਨਾਲ, ਕਟ ਲੱਕ ਦੇ ਨਾਲ, ਤਟ ਨਾਲ ਜਿਹੜਾ ਹੈ ਸੱਚੇ ਪਾਤਸ਼ਾਹ ਕਮਰ ਕੱਸਾ ਜਿਹੜਾ ਹੈ ਇਹ ਕੱਸਿਆ ਹੋਇਆ ਹੈ ਬੜੀ ਚੰਗੇ ਤਰੀਕੇ ਦੇ ਨਾਲ। ਆਪ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਖਾਲਸੇ ਨੂੰ ਕਕਾਰ ਬਖਸ਼ਿਸ਼ ਕੀਤੇ ਹੈ, ਉਹ ਕਕਾਰ ਆਪ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਧਾਰਨ ਕੀਤੇ ਹੈ। ਗਰੀਬ ਨਿਵਾਜ ਕਸ਼ਹਿਰਾ ਜਿਹੜਾ ਹੈ ਲੱਕ ਦੇ ਨਾਲ ਚੰਗੀ ਤਰ੍ਹਾਂ ਕਮਰ ਕੱਸੇ ਵਿੱਚ ਆਪ ਨੇ ਕੱਸਿਆ ਹੋਇਆ ਏ। ਕਰ ਕੰਕਨ ਕੰਚਨ ਹੀਰ ਗਚੇ। ਸੱਚੇ ਪਾਤਸ਼ਾਹ ਜੀ ਦੇ ਜਿਹੜੇ ਕਰ ਹੱਥਾਂ ਦੇ ਵਿੱਚ ਜਿਹੜੇ ਕੜੇ ਪਹਿਨੇ ਹੋਏ ਆ ਨਾ, ਉਹ ਕੰਚਨ ਸੋਨੇ ਦੇ, ਉਹਨਾਂ ਵਿੱਚ ਹੀਰੇ ਜਿਹੜੇ ਆ ਉਹ ਖੱਚਤ ਹਨ, ਹੀਰੇ ਜੜੇ ਹੋਏ ਨੇ। ਵਿੱਚ ਚੰਚਲ ਲੋਚਨ ਜਿਉ ਜਲ ਮਾਛੀ। ਇਉਂ ਜਿਹੜੇ ਹਨ ਹੀਰੇ ਵਿੱਚ ਚਮਕ ਰਹੇ ਐ, ਨੇਤਰਾਂ ਨੂੰ ਉਹਨਾਂ ਦੀ ਚਮਕ ਇਉਂ ਚੰਚਲ ਲੱਗ ਰਹੀ ਹੈ। ਬਾਰ-ਬਾਰ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੱਥਾਂ ਵਿੱਚ ਹਿਲਦਿਆਂ ਹੋਇਆਂ ਉਹ ਚਮਕਦੇ ਆ ਨਾ ਹੀਰੇ, ਤੇ ਨੇਤਰਾਂ ਨੂੰ ਇਉਂ ਚਮਕਾਰ ਪੈਂਦੀ ਹੈ ਜਿਵੇਂ ਜਲ ਦੇ ਅੰਦਰ ਮੱਛੀ ਜਿਹੜੀ ਉਹ ਚੰਚਲ ਹੋ ਰਹੀ ਹੈ। ਇਉਂ ਸੱਚੇ ਪਾਤਸ਼ਾਹ ਜੀ ਦੇ ਕਰ ਹੱਥਾਂ ਵਿੱਚ ਪਹਿਨੇ ਹੋਏ ਜਿਹੜੇ ਸੋਨੇ ਦੇ ਕੜੇ ਐ, ਉਹਨਾਂ ਵਿੱਚ ਚਮਕਦੇ ਹੋਏ ਜਿਹੜੇ ਹੀਰੇ ਹਨ,
ਉਹ ਮੱਛੀ ਦੀ ਚੰਚਲਤਾ ਦੇ ਵਾਂਗ ਚਮਕਾਰਾਂ ਮਾਰ ਰਹੇ ਐ। ਗਰ ਪ੍ਰਾਬ੍ਰਿਤ ਨੀਵ ਮਨੋਗ ਬਨਿਓ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗਲ ਦੇ ਅੰਦਰ ਜਿਹੜਾ ਪਾਬਰਤ ਚੋਲਾ ਪਹਿਨਿਆ ਹੋਇਆ, ਚੋਗਾ ਪਹਿਨਿਆ ਹੋਇਆ ਹੈ, ਇਹ ਨੀਵਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਲੰਬਾ ਚੋਲਾ ਗਰੀਬ ਨਵਾਜ਼ ਸਤਿਗੁਰਾਂ ਜੀ ਨੇ ਪਹਿਰਿਆ ਹੋਇਆ ਹੈ। ਇਸੇ ਪ੍ਰਕਾਰ ਹੀ ਗਰ ਪ੍ਰਾਬ੍ਰਿਤ ਨੀਵ ਮਨੋਗ ਬਨਿਓ। ਇਹ ਐਸਾ ਮਨੋਗ ਮਨੋਹਰ ਬਣਿਆ ਹੋਇਆ ਸਤਿਗੁਰਾਂ ਜੀ ਦੇ ਗਲ ਪਹਿਨਿਆ ਹੋਇਆ ਨੀਵਾਂ ਚੋਗਾ। ਬਰ ਚੀਰਨ ਕੀ ਕਰ ਪੋਸ਼ਿਸ਼ ਕਾਛੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਸਰੀਰ ਤੇ ਬਰ ਸ੍ਰੇਸ਼ਟ ਵਸਤਰਾਂ ਦੀ ਜਿਹੜੀ ਪੋਸ਼ਿਸ਼ ਪੁਸ਼ਾਕ ਹੈ ਇਹ ਪਹਿਨੀ ਹੋਈ ਹੈ। ਬੜਾ ਅਸਚਰਜ ਹੀ ਸਰੂਪ ਸੱਚੇ ਪਾਤਸ਼ਾਹ ਜੀ ਦਾ ਮਹਾਰਾਜ ਦਾ ਜਿਹੜਾ ਹੈ ਉਹ ਦਿਸ ਰਿਹਾ ਹੈ। ਐਸਾ ਧਿਆਨ ਵਿੱਚ ਸੱਚੇ ਪਾਤਸ਼ਾਹ ਦਾ ਦਰਸ਼ਨ ਕਰ ਰਹੇ ਆ ਕਵਿਰਾਜ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਾਜਿਆਂ ਵਰਗੀ ਸ਼ੋਭਾ ਬਿਆਨ ਕਰਦੇ ਹਨ। ਖਰ ਤੀਰ ਧਰੇ ਕਰ ਫੇਰਤ ਹੇਰਤ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਤਖਤ ਤੇ ਬੈਠਿਆ ਕਰਦੇ ਨਾ, ਇਹ ਸਾਡਾ ਇਤਿਹਾਸ ਵੀ ਜ਼ਿਕਰ ਕਰਦਾ ਹੈ। ਕਵਿਰਾਜ ਆਪਣੇ ਧਿਆਨ ਵਿੱਚ ਜੋ ਦਰਸ਼ਨ ਕਰ ਰਹੇ ਆ ਬਿਆਨ ਕਰ ਰਹੇ ਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਕਰ ਕਮਲਾਂ ਵਿੱਚ ਖੱਪਰਾ ਤੀਰ ਮਹਾਰਾਜ ਜੀ ਰੱਖਿਆ ਕਰਦੇ ਤੇ ਹਜੂਰ ਕਦੇ ਕਦੇ ਉਸ ਨੂੰ ਘੁਮਾਇਆ ਕਰਦੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ। ਉਹੋ ਹੀ ਸਰੂਪ ਦਾ ਦਰਸ਼ਨ ਕਰਦਿਆਂ ਹੋਇਆਂ ਕਵਿਰਾਜ ਫਰਮਾਉਂਦੇ ਹਨ। ਖਰ ਤੀਰ ਧਰੇ ਕਰ ਫੇਰਤ ਹੇਰਤ। ਸੱਚੇ ਪਾਤਸ਼ਾਹ ਖਰ ਤਿੱਖਾ ਤੀਰ ਆਪਣੇ ਕਰ ਕਮਲਾਂ ਵਿੱਚ ਪਕੜ ਕਰਕੇ ਫੇਰ ਰਹੇ ਐ, ਨਾਲੇ ਮਹਾਰਾਜ ਜੀ ਤੀਰ ਨੂੰ ਵੇਖ ਰਹੇ ਹਨ। ਦੇਹ ਧਰੇ ਨਰ ਪੂਰਨ ਸਾਛੀ। ਕਹਿੰਦੇ ਨੇ ਇਹ ਦੇਹ ਜਿਹੜੀ ਧਾਰੀ ਹੋਈ ਹੈ ਨਾ, ਇਹ ਪੂਰਨ ਪਰਮਾਤਮਾ ਨੇ ਜੋ ਸਭ ਦਾ ਹੀ ਸਾਖੀ ਸਾਖੀ ਹੈ, ਜੋ ਸਭ ਦਾ ਸਾਖੀ ਚੇਤਨ ਰੂਪ ਹੈ ਨਾ ਨਿਰੰਕਾਰ, ਉਸ ਨਿਰੰਕਾਰ ਨੇ ਇਹ ਦੇਹ ਧਾਰੀ ਹੋਈ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤਖਤ ਤੇ ਬਿਰਾਜਮਾਨ ਹਨ। ਪੂਰਨ ਪਰਮੇਸ਼ਰ ਦਾ ਸਰੂਪ ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਸਾਰਿਆਂ ਦੇ ਅੰਦਰ ਸਾਖੀ ਚੇਤਨ ਰੂਪ ਹੋ ਕਰਕੇ ਵਰਤ ਰਿਹਾ ਹੈ, ਉਹ ਸਰੂਪ ਹਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੇ ਪਵਿੱਤਰ ਸਰੂਪ ਦਾ ਧਿਆਨ ਵਿੱਚ ਦਰਸ਼ਨ ਕਰਦਿਆਂ ਹੋਇਆਂ ਕਵਿਰਾਜ ਜੀ ਨੇ ਇਹ ਰਾਜਸੀ ਲੱਛਣ ਪ੍ਰਗਟ ਕੀਤੇ ਆ। ਸਤਿਗੁਰੂ ਜੀ ਦੀ ਕਿਹੋ ਜੀ ਰਾਜਸੀ ਸ਼ੋਭਾ ਹੋ ਰਹੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਰਾਜਸੀ ਸਰੂਪ ਵਿੱਚ ਨਾਲ ਬੀਰਰਸੀ ਸਰੂਪ ਵੀ ਦਿਖਾਉਂਦੇ ਹੈ ਕਿ ਮਹਾਰਾਜ ਜੀ ਦੇ ਕਰ ਕਮਲਾਂ ਵਿੱਚ ਖੱਪਰਾ ਤਿੱਖਾ ਤੀਰ ਹੈ, ਉਸ ਨੂੰ ਘੁਮਾਉਂਦੇ ਹੋਏ ਸਤਿਗੁਰੂ ਜੀ ਵੇਖਦੇ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਐਸਾ ਸਤਿਗੁਰਾਂ ਜੀ ਦਾ ਪਵਿੱਤਰ ਸਰੂਪ ਦਾ ਜਿਹੜਾ ਹੈ ਉਹ ਚਿਤਰਨ ਕਵਿਰਾਜ ਜੀ ਖਿੱਚ ਰਹੇ ਆਪਣੀ ਕਵਿਤਾ ਵਿੱਚ। ਸਵਈਆ ਘਟ ਸੋ ਪਟ ਤੇਗ ਨਿਖੰਗ ਕਸੇ। ਸੱਚੇ ਪਾਤਸ਼ਾਹ ਜੀ ਦਾ ਹੁਣ ਪੂਰਨ ਤੌਰ ਤੇ ਬੀਰ ਰਸੀ ਸਰੂਪ ਕਥਨ ਕਰਦੇ ਹੈ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸਰੂਪ ਕੈਸਾ ਹੈ। ਫਰਮਾਉਂਦੇ ਹਨ ਘਟ ਸੋ ਪਟ ਤੇਗ ਨਿਖੰਗ ਕਸੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਗਰੀਬ ਨਵਾਜ਼ ਆਪਣਾ ਕਮਰ ਕੱਸਾ ਲਾਇਆ ਕਰਦੇ ਨਾ, ਇਹ ਭੰਗਾਣੀ ਦੇ ਯੁੱਧ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਜਦੋਂ ਹਰੀਚੰਦ ਰਾਜੇ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਤੀਸਰਾ ਤੀਰ ਮਾਰਿਆ ਸੀ ਨਾ, ਕਿਉਂਕਿ ਪਹਿਲਾ ਤੀਰ ਉਹਨੇ ਮਹਾਰਾਜ ਦੇ ਸੀਸ ਦਾ ਨਿਸ਼ਾਨਾ ਲਿਆ ਤੇ ਪ੍ਰਤਾਪ ਸਤਿਗੁਰਾਂ ਜੀ ਦੇ ਮੁਖਾਰ ਬਿੰਦ ਤੇ ਇੰਨਾ ਉਹਦਾ ਹੱਥ ਹਿੱਲ ਗਿਆ। ਦੂਜੀ ਵਾਰ ਫਿਰ ਉਹਨੇ ਸੀਸ ਦਾ ਹੀ ਨਿਸ਼ਾਨਾ ਲਿਆ, ਮਹਾਰਾਜ ਦੇ ਮਸਤਕ ਤੇ ਨੂਰ ਡੁੱਲ ਡੁੱਲ ਪੈਂਦਾ, ਨਿਗਾਹ ਨਹੀਂ ਟਿਕਦੀ। ਉਹਨੇ ਵੇਖਿਆ ਕਿ ਹੁਣ ਮਹਾਰਾਜ ਦੇ ਤੀਸਰਾ ਤੀਰ ਜਿਹੜਾ ਮੈਂ ਉਹ ਪੇਟ ਵਿੱਚ ਮਾਰਨਾ ਕਰਾਂ, ਛਾਤੀ 'ਚ ਜਾਂ ਮਾਰਨਾ ਕਰਾਂ। ਆਪਦੇ ਜੀ 'ਚ ਉਹਨੇ ਛਾਤੀ ਦਾ ਨਿਸ਼ਾਨਾ ਲਿਆ। ਘੋੜਾ ਉਛਲ ਰਿਹਾ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਲਿਖਿਆ ਕਿ ਉਛਲਦੇ ਘੋੜੇ ਦੇ ਕਰਕੇ ਸਾਡਾ ਜਿਹੜਾ ਉਸ ਦਾ ਛੁੱਟਿਆ ਹੋਇਆ ਤੀਰ ਸੀ ਰਾਜੇ ਹਰੀਚੰਦ ਦਾ, ਉਹ ਸਾਡੇ ਕਮਰ ਕੱਸੇ ਵਿੱਚ ਆ ਕਰਕੇ ਲੱਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਵਸਤਰ ਦਾ ਕਮਰ ਕੱਸਾ ਮਹਾਰਾਜ ਜੀ ਸਜਾਇਆ ਕਰਦੇ ਤੇ ਕਮਰ ਕੱਸੇ ਦੇ ਦੋ ਪੱਲੂ ਜਿਹੜੇ ਸੀ ਉਹ ਅੱਗੇ ਲਟਕਿਆ ਕਰਦੇ ਹਜੂਰ ਦੇ, ਤੇ ਸੱਚੇ ਪਾਤਸ਼ਾਹ ਜੀ ਉਸ ਦੇ ਉੱਪਰੋਂ ਦੀ ਇੱਕ ਚਮੜੇ ਦੀ ਬੈਲਟ ਕੱਸਿਆ ਕਰਦੇ ਸੱਚੇ ਪਾਤਸ਼ਾਹ। ਫਿਰ ਜਿਹੜਾ ਪੱਥਾ ਸੀ ਉਹਦੀ ਦੀਵਾਲ ਜਿਹੜੀ ਸੀ ਉਹ ਵੀ ਉੱਪਰੋਂ ਦੀ ਲੰਘਦੀ ਹੁੰਦੀ। ਸੱਚੇ ਪਾਤਸ਼ਾਹ ਨੇ ਲਿਖਿਆ ਕਿ ਉਸ ਪੱਥੇ ਦੀ ਦੀਵਾਲ ਨੂੰ ਚੀਰਦਾ ਹੋਇਆ ਹਰੀਚੰਦ ਰਾਜੇ ਦਾ ਤੀਰ ਫਿਰ ਕਮਰ ਕੱਸੇ ਵਿੱਚ ਲੱਗੀ ਹੋਈ ਜਿਹੜੀ ਚਮੜੇ ਦੀ ਬੈਲਟ ਸੀ ਉਹਨੂੰ ਚੀਰਦਾ ਹੋਇਆ, ਸਾਡੇ ਕਮਰ ਕੱਸੇ ਨੂੰ ਚੀਰਦਾ ਹੋਇਆ ਥੋੜੀ ਜੀ ਚੁੰਝ ਆ ਕੇ ਮਹਾਰਾਜ ਕਹਿੰਦੇ ਸਾਡੇ ਪੇਟ ਵਿੱਚ ਲੱਗੀ। ਚੁਬੀ ਚਿੰਚ ਚਰਮੰ ਕਛੂ ਘਾਵਨਾ ਆਯੰ ਕਲੰ ਕੇਵਲੰ ਜਾਨ ਦਾਸੰ ਬਚਾਇੰ। ਇਹ ਸੱਚੇ ਪਾਤਸ਼ਾਹ ਜੀ ਆਪਦੀ ਕਲਮ ਨਾਲ ਲਿਖਦੇ ਹੈ
ਮਹਾਰਾਜ ਜੀ ਦਾ ਕੈਸਾ ਜਿਹੜਾ ਹੈ ਸਰੂਪ ਤਿਆਰ ਪਰ ਤਿਆਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਮਰ ਕੱਸਾ ਸਦਾ ਲੱਗਿਆ ਹੋਇਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਸਰੂਪ ਦਾ ਇਉਂ ਵੀਰ ਰਸੀ ਸਰੂਪ ਦਾ ਨਿਰੂਪਣ ਕਰਦੇ ਹੈ। ਧਿਆਨ ਵਿੱਚ ਜਿਹੜਾ ਦਰਸ਼ਨ ਕਰ ਰਹੇ ਆ ਉਹਦਾ ਚਿਤਰਨ ਕਰਦੇ ਆ। ਕਵੀਰਾਜ ਜੀ ਚਿੱਤਰ ਖਿੱਚਦੇ ਆ, ਤਸਵੀਰ ਬਣਾਉਂਦੇ ਆ, ਆਪਣੀ ਕਵਿਤਾ ਦੁਆਰਾ ਫਰਮਾਉਂਦੇ ਹਨ। ਕਟ ਸੋ ਪਟ ਤੇਗ ਨਿਖੰਗ ਕਸੇ। ਸੱਚੇ ਪਾਤਸ਼ਾਹ ਜੀ ਦਾ ਲੱਕ ਜਿਹੜਾ ਹੈ ਮਹਾਰਾਜ ਜੀ ਨੇ ਕਮਰ ਕੱਸੇ ਦੇ ਨਾਲ ਕੱਸਿਆ ਹੋਇਆ ਹੈ ਤੇ ਹਜੂਰ ਦੇ ਗਾਤਰੇ ਚੌੜਾ ਜਿਹੜਾ ਤੇਗਾ ਹੈ ਉਹ ਸੋਭ ਰਿਹਾ ਹੈ। ਤੇ ਫਿਰ ਸੱਚੇ ਪਾਤਸ਼ਾਹ ਜੀ ਦੇ ਗਾਤਰੇ ਗਰੀਬ ਨਵਾਜ ਜੀ ਦੇ ਸਜਿਆ ਹੋਇਆ ਭਰਿਆ ਤੀਰਾਂ ਦਾ ਪੱਥਾ ਜਿਹੜਾ ਉਹ ਫੱਬ ਰਿਹਾ ਏ। ਮੁਖ ਮੰਦ ਹਸੇ ਦਮ ਕਹਿ ਕੇ ਛਟਾਹੀ। ਸੱਚੇ ਪਾਤਸ਼ਾਹ ਜਦੋਂ ਆਪਣੇ ਮੁਖ ਤੋਂ ਸੱਚੇ ਪਾਤਸ਼ਾਹ ਜੀ ਇਉਂ ਮੁਸਕਰਾਉਂਦੇ ਆ ਨਾ ਮੰਦ ਹੌਲੀ ਜੀ, ਤੇ ਇਉਂ ਲੱਗਦਾ ਕਵੀਰਾਜ ਕਹਿੰਦੇ ਜਿਵੇਂ ਆਕਾਸ਼ ਦੀ ਬਿਜਲੀ ਲਿਸ਼ਕੀ ਹੋਵੇ, ਇੰਨਾ ਮਹਾਰਾਜ ਜੀ ਦੇ ਸੁੰਦਰ ਦੰਦ ਲੱਗਦੇ ਆ। ਸੱਚੇ ਪਾਤਸ਼ਾਹ ਮਹਾਰਾਜ ਜਦੋਂ ਮੁਸਕਰਾਉਂਦੇ ਆ ਨਾ, ਇਹ ਤਾਂ ਇੱਕ ਪ੍ਰਮਾਣ ਦਿੰਦੇ ਆ ਕਵੀਰਾਜ। ਉਸ ਮੁਸਕਰਾਹਟ ਦੀ ਬਾਬਤ ਕੀ ਕਿਹਾ ਜਾ ਸਕਦਾ ਸ਼ਬਦਾਂ ਦੁਆਰਾ। ਕਵੀਰਾਜ ਕਹਿੰਦੇ ਜਿਵੇਂ ਬਿਜਲੀ ਲਿਸ਼ਕਦੀ ਹੈ ਨਾ, ਇਵੇਂ ਪ੍ਰਭਾ ਪੈਂਦੀ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਮੁਖ ਤੋਂ ਜਦੋਂ ਮਹਾਰਾਜ ਹੌਲੀ ਹੌਲੀ ਸਤਿਗੁਰੂ ਜੀ ਮੰਦ ਮੰਦ ਮੁਸਕਰਾਉਂਦੇ ਹਨ। ਮੁਕਤਾ ਗਰਮਾਲ ਵਿਸਾਲ ਬਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਲ ਵਿੱਚ ਬਹੁਤ ਵੱਡੀ ਸੁੱਚੇ ਮੋਤੀਆਂ ਦੀ ਮਾਲਾ ਸਤਿਗੁਰੂ ਜੀ ਦੇ ਚਮਕ ਰਹੀ ਹੈ। ਸ਼ਮ ਸ਼ਰਾਨਨ ਸ਼ਿਆਮ ਭਲੀ ਉਪਮਾਹੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਿਹੜਾ ਸਮਸ਼ਰ ਭਾਰ ਸਮਸ ਕਹਿੰਦੇ ਆ ਦਾੜੇ ਨੂੰ, ਆਨਨ ਕਹਿੰਦੇ ਆ ਮੁਖ ਨੂੰ। ਮੁਖ ਦੇ ਉੱਤੇ ਸੱਚੇ ਪਾਤਸ਼ਾਹ ਜੀ ਦੇ ਜਿਹੜਾ ਸਮਸ ਦਾੜਾ ਹੈ ਨਾ, ਉਹ ਕਾਲੇ ਰੰਗ ਦਾ, ਇਸ ਤਰ੍ਹਾਂ ਦੀ ਉਹਦੀ ਉਪਮਾ ਹੋ ਰਹੀ ਹੈ। ਕਵੀਰਾਜ ਕੈਸੀ ਉਪਮਾ ਹੋ ਰਹੀ ਹੈ? ਮਹਾਰਾਜ ਜੀ ਦੇ ਮੁਖਾਰਬਿੰਦ ਤੇ ਜਿਹੜਾ ਕਾਲਾ ਦਾੜਾ ਹੈ ਉਹ ਕਿਵੇਂ ਫੱਬ ਰਿਹਾ ਹੈ? ਕਵੀਰਾਜ ਦੱਸਦੇ ਕਿ ਐਸੀ ਉਪਮਾ ਹੋ ਰਹੀ ਹੈ ਉਸ ਚੰਦਰਮੇ ਵਰਗੇ ਮੁਖ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਐਸਾ ਨੂਰੋ ਨੂਰ ਚਿਹਰਾ ਹੈ ਤੇ ਸੁੰਦਰ ਦਾੜਾ ਇਉਂ ਫੱਬ ਰਿਹਾ ਏ। ਹਿਤ ਸੋ ਤਮ ਸੋਮ ਕੇ ਪਾਸ ਬਸਿਓ। ਕਹਿੰਦੇ ਇਉਂ ਲੱਗਦਾ ਜਿਵੇਂ ਹਿਤ ਪ੍ਰੇਮ ਕਰਕੇ ਹਨੇਰਾ ਚੰਦਰਮਾ ਦੇ ਲਾਗੇ ਆ ਕਰਕੇ ਵਸ ਗਿਆ ਹੋਵੇ, ਕਿਉਂਕਿ ਚੰਦਰਮਾ ਜਿਹੜਾ ਉਜਲ ਵੈ, ਜਿਹੜਾ ਉਸ ਦੀ ਚਾਂਦਨੀ ਦਾ ਪ੍ਰਕਾਸ਼ ਹੁੰਦਾ ਹੈ, ਤੇ ਹਨੇਰਾ ਜਿਹੜਾ ਹੈ ਇਸ ਪ੍ਰਕਾਰ ਉਹ ਕਹਿੰਦੇ ਆ ਜਿਵੇਂ ਚੰਦਰਮਾ ਦੇ ਨੇੜੇ ਆ ਕਰਕੇ ਹਿਤ ਨਾਲ ਵਸ ਗਿਆ ਹੋਵੇ। ਜਿਹੜਾ ਹਨੇਰੇ ਦਾ ਭਾਵ ਜਿਹੜਾ ਗੁਰੂ ਸਾਹਿਬ ਜੀ ਦਾ ਕਾਲਾ ਦਾੜਾ ਦੱਸ ਰਹੇ ਹੈ, ਤੇ ਜਿਹੜਾ ਚੰਦਰਮਾ ਵਰਗਾ ਸਤਿਗੁਰਾਂ ਜੀ ਦਾ ਉਜਲ ਮੁਖ ਦੱਸ ਰਹੇ ਹੈ। ਕਹਿੰਦੇ ਉਸ ਦਾੜੇ ਦੀ ਉਪਮਾ ਇਹੋ ਜੀ ਹੋ ਰਹੀ ਹੈ, ਇਉਂ ਲੱਗ ਰਿਹਾ ਜਿਵੇਂ ਹਿਤ ਪ੍ਰੇਮ ਕਰਕੇ ਹਨੇਰਾ ਚੰਦਰਮਾ ਦੇ ਕੋਲ ਹੀ ਆ ਕੇ ਵਸ ਗਿਆ ਹੋਵੇ। ਹਨੇਰਾ ਚੰਦਰਮਾ ਦੇ ਕੋਲ ਆ ਨਹੀਂ ਨਾ ਸਕਦਾ, ਕੋਈ ਚਾਂਦਨੀ ਹੈ, ਪਰ ਕਹਿੰਦੇ ਉਹ ਤਾਂ ਇਹੋ ਜੀ ਉਪਮਾ ਹੋ ਰਹੀ ਹੈ, ਇਹੋ ਜੀ ਸੋਭਾ ਫੱਬ ਰਹੀ ਹੈ ਜਿਵੇਂ ਚੰਦਰਮਾ ਵਰਗਾ ਸਤਿਗੁਰਾਂ ਜੀ ਦਾ ਮੁਖ ਉਜਲ ਪ੍ਰਤਾਪ ਹੈ, ਤੇ ਹਨੇਰੇ ਵਰਗਾ ਸੁੰਦਰ ਕਾਲਾ ਸ਼ਾਹ ਦਾੜਾ ਸਤਿਗੁਰਾਂ ਜੀ ਦਾ ਇਉਂ ਫੱਬ ਰਿਹਾ ਏ। ਮੁਖ ਪੰਕਜ ਪੈ ਮਦ ਪੁੰਜ ਸੁਹਾਹੀ। ਕਹਿੰਦੇ ਜਾਂ ਇਉਂ ਲੱਗ ਰਿਹਾ ਹੈ ਕਿ ਮਹਾਰਾਜ ਜੀ ਦੇ ਕਮਲ ਸਰੀਕੇ ਮੁਖੜੇ ਦੇ ਉੱਪਰ ਆ ਕਰਕੇ ਭੌਰਿਆਂ ਦਾ ਜਿਹੜਾ ਝੁੰਡ ਹੈ ਸਮੂਹ, ਉਹ ਹੀ ਆ ਕਰਕੇ ਬੈਠ ਗਿਆ ਹੋਵੇ। ਸਤਿਗੁਰਾਂ ਜੀ ਦਾ ਮੁਖ ਤਾਂ ਖਿੜੇ ਹੋਏ ਕਮਲ ਵਰਗਾ ਦੱਸ ਰਹੇ ਹੈ। ਫਿਰ ਕਹਿੰਦੇ ਜਿਹੜਾ ਕਾਲਾ ਦਾੜਾ ਇਉਂ ਲੱਗ ਰਿਹਾ ਜਿਵੇਂ ਕਾਲੇ ਭਵਰੇ ਹੁੰਦੇ ਆ ਨਾ, ਉਹਨਾਂ ਦਾ ਝੁੰਡ ਹੀ ਆ ਕਰਕੇ ਕਮਲ ਫੁੱਲ ਦੇ ਉੱਤੇ ਬੈਠ ਗਿਆ ਹੋਵੇ। ਇਸ ਤਰ੍ਹਾਂ ਦੀ ਕਹਿੰਦੇ ਉਪਮਾ ਜਿਹੜੀ ਸੋਭਾ ਉਹ ਹੋ ਰਹੀ ਹੈ। ਅਬ ਆਨ ਕੀ ਆਸ ਨਿਰਾਸ ਭਈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਰੂਪ ਧਿਆਨ ਵਿੱਚ ਟਿਕਾ ਕਰਕੇ ਕਵੀਰਾਜ ਕਹਿੰਦੇ ਨੇ, ਮਹਾਰਾਜ ਹੁਣ ਹੋਰ ਕਿਸੇ ਦੀ ਆਸ ਤੋਂ ਮੈਂ ਨਿਰਾਸ਼ ਹੋ ਗਿਆ, ਸਾਰੀਆਂ ਹੀ ਆਸਾਂ ਮੇਰੀਆਂ ਚੁੱਕ ਗਈਆਂ। ਜਿਵੇਂ ਮਹਾਰਾਜ ਨੇ ਆਗਿਆ ਕੀਤੀ ਹੈ ਨਾ, ਆਪਣੀ ਬਾਣੀ ਵਿੱਚ ਸਤਿਗੁਰਾਂ ਜੀ ਨੇ ਆਖਿਆ ਕਿ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ, ਮਹਾਰਾਜ ਦੇ ਸਰੂਪ ਨੂੰ ਧਿਆਨ ਵਿੱਚ ਟਿਕਾ ਕਰਕੇ, ਮਹਾਰਾਜ ਆਨ ਹੋਰ ਦੀ ਆਸ ਵੱਲੋਂ ਮੈਂ ਨਿਰਾਸ਼ ਹੋ ਗਿਆ, ਮੈਨੂੰ ਕਿਸੇ ਹੋਰ ਦੀ ਆਸ ਨਹੀਂ ਸੰਸਾਰ ਦੇ ਅੰਦਰ, ਲੋਕ ਪਰਲੋਕ ਦੇ ਅੰਦਰ। ਕਲਗੀ ਧਰ ਬਾਸ ਕੀਓ ਮਨ ਮਾਹੀ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮੇਰੇ ਮਨ ਵਿੱਚ ਵਾਸ ਕਰ ਲਿਆ ਹੈ। ਇਹ ਕਵੀਰਾਜ ਜੀ ਦਾ ਲਿਖਣਾ ਜਿਹੜਾ ਹੈ ਗਵਾਹੀ ਦੇ ਰਿਹਾ ਹੈ ਕਿ ਆਪ ਦੇ ਧਿਆਨ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਵਿੱਤਰ ਸਰੂਪ ਟਿਕਿਆ ਹੋਇਆ ਹੈ। ਆਪ ਮਹਾਰਾਜ ਜੀ ਦਾ ਦਰਸ਼ਨ ਕਰਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ,
ਤਾਈਆਂ ਤਾਈ ਨੇ ਪਿਆਰ ਨਾਲ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦਾ ਚਿਤਰਨ ਕਰ ਰਹੇ ਹੈ। ਮਹਾਰਾਜ ਦਾ ਦਰਸ਼ਨ ਕਿਹੋ ਜਿਹਾ ਲੱਗਦਾ ਹੈ, ਇਹ ਕਵਿਰਾਜ ਨੇ ਮੂਰਤ ਖਿੱਚ ਦਿੱਤੀ ਹੈ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਹੋਰ ਦੀ ਆਸ ਮਨ ਚੋਂ ਚੁੱਕ ਗਈ ਹੈ। ਆਪ ਨੇ ਹੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਅੰਦਰ ਵਾਸ ਕਰ ਲਿਆ ਹੈ। ਸਵਈਆ ਭੂਲ ਜੋ ਚੂਕ ਭਈ ਹਮ ਤੇ। ਹੁਣ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕਰਦੇ ਐ, ਬਹੁਤ ਨਿਮਰ ਹੋ ਕਰਕੇ ਕਵਿਰਾਜ ਬੇਨਤੀ ਕਰਦੇ ਹਨ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ। ਮਹਾਰਾਜ ਇਹ ਜ਼ਿੰਦਗੀ ਦੀ ਨਈਆ ਹੈ ਸੱਚੇ ਪਾਤਸ਼ਾਹ। ਮਹਾਰਾਜ ਅਸੀਂ ਜੀਵ ਹਾਂ, ਭੁੱਲਣਹਾਰ ਹਾਂ ਸੱਚੇ ਪਾਤਸ਼ਾਹ ਜੀ। ਗਰੀਬ ਨਵਾਜ ਜੇ ਮੇਰੇ ਕੋਲੋਂ ਜਿਹੜੀ ਵੀ ਕੋਈ ਭੁੱਲ ਹੋ ਗਈ, ਭੁੱਲ ਹੁੰਦੀ ਕੋਈ ਵੱਡੀ ਗਲਤੀ, ਜਿਹੜਾ ਨਾ ਕਰਨ ਵਾਲਾ ਕੰਮ ਹੋਵੇ ਉਹ ਸੁਤੇ ਹੋ ਜਿਹੜਾ ਹੈ ਹੱਥੋਂ ਹੋ ਜਾਵੇ, ਤੇ ਚੁੱਕ ਹੁੰਦਾ ਉਕਾਈਆਂ ਰਹਿ ਜਾਣੀਆਂ ਛੋਟੀਆਂ ਗਲਤੀਆਂ ਜੋ ਅਸੀਂ ਭੁੱਲਾਂ ਕਰਦੇ ਹਾਂ। ਅਸੀਂ ਤਾਂ ਖਿੰਨ ਖਿੰਨ ਸਮੇਂ ਵਿੱਚ ਭੁੱਲਾਂ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਆ ਕਵਿਰਾਜ। ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਕਵਿਰਾਜ ਤੇ ਕੋਲੋਂ ਬਹੁਤ ਕੋਈ ਵੱਡੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਨਹੀਂ, ਇਹ ਜਿਹੜੇ ਪਰਮਾਰਥ ਦੇ ਮਾਰਗ ਤੇ ਚੱਲਦੇ ਆ ਨਾ, ਉਹਨਾਂ ਦਾ ਸੁਭਾਅ ਹੀ ਇਹ ਹੁੰਦਾ ਹੈ। ਉਹ ਜਦੋਂ ਆਤਮਿਕ ਮੰਡਲ ਵਿੱਚ ਵਿਚਰਦੇ ਆ, ਉੱਥੇ ਵੀ ਕੋਈ ਉਕਾਈਆਂ ਉਹਨਾਂ ਕੋਲ ਰਹਿ ਹੀ ਜਾਂਦੀਆਂ, ਕਿਉਂਕਿ ਪੂਰਨ ਤੇ ਪਰਮੇਸ਼ਰ ਆਪ ਹੈ ਨਾ ਫਿਰ ਵਾਹਿਗੁਰੂ। ਇਸ ਕਰਕੇ ਜਿਹੜੀਆਂ ਕੋਈ ਪਰਮਾਰਥ ਦੇ ਮਾਰਗ ਤੇ ਚੱਲਦਿਆਂ ਵੀ ਉਕਾਈਆਂ ਰਹਿ ਗਈਆਂ, ਕੋਈ ਭੁੱਲਾਂ ਹੋ ਗਈਆਂ, ਉਹਨਾਂ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ। ਜਿਨ੍ਹਾਂ ਦੇ ਮਨ ਵਿੱਚ ਪਿਆਰੀ ਮੂਰਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਵਸ ਜਾਂਦੀ ਹੈ, ਉਹ ਆਪ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਵਿੱਚ ਅਭੇਦ ਹੋ ਜਾਂਦੇ ਹੈ। ਸਤਿਗੁਰੂ ਜੀ ਉਹਨਾਂ ਨੂੰ ਆਪਣੇ ਵਿੱਚ ਅਭੇਦ ਕਰ ਲੈਂਦੇ ਹੈ। ਪਰ ਉਹਨਾਂ ਦੀ ਇਹ ਨਿਮਰਤਾ ਹੈ, ਜਿਵੇਂ ਕਵਿਰਾਜ ਨਿਮਰੀ ਭੂ ਹੋ ਕਰਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਭੂਲ ਜੋ ਚੂਕ ਭਈ ਹਮ ਤੇ। ਮਹਾਰਾਜ ਜੇ ਕੋਈ ਭੁੱਲ ਜਾਂ ਚੁੱਕ, ਵੱਡੀ ਗਲਤੀ ਜਾਂ ਛੋਟੀ ਗਲਤੀ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਕੋਲੋਂ ਹੋ ਗਈ, ਮਹਾਰਾਜ ਵੱਡੀ ਭੁੱਲ ਹੁੰਦੀ ਹੈ। ਸੱਚੇ ਪਾਤਸ਼ਾਹ ਆਪ ਜੀ ਦਾ ਸਵਾਸ ਸਵਾਸ ਨਾਮ ਜਪਣਾ ਚਾਹੀਦਾ। ਮਹਾਰਾਜ ਭੁੱਲ ਜਾਂਦੇ ਆ ਸੱਚੇ ਪਾਤਸ਼ਾਹ, ਨਾਮ ਸਾਥੋਂ ਸਵਾਸ ਸਵਾਸ ਜਪਿਆ ਹੀ ਨਹੀਂ ਜਾਂਦਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਚੁੱਕ ਜਾਂਦੇ ਆ ਸੇਵਾ ਕਰਨ ਤੋਂ, ਸਾਥੋਂ ਸੇਵਾ ਹੀ ਨਹੀਂ ਹੁੰਦੀ। ਜਦੋਂ ਮੌਕਾ ਹੁੰਦਾ ਸੇਵਾ ਕਰਨ ਦਾ ਸੱਚੇ ਪਾਤਸ਼ਾਹ, ਉਦੋਂ ਮਨ ਸਾਡਾ ਸੂਮ ਬਣ ਜਾਂਦਾ ਹੈ, ਬਹੁਤ ਜ਼ਿਆਦਾ ਘਟ ਜਾਂਦਾ ਹੈ। ਜਦੋਂ ਅੰਮ੍ਰਿਤ ਵੇਲਾ ਨਾਮ ਜਪਣ ਦਾ ਸਮਾਂ ਹੁੰਦਾ ਹੈ, ਰੋਜ਼ ਅੰਮ੍ਰਿਤ ਵੇਲੇ ਭੁੱਲ ਹੀ ਜਾਂਦਾ ਮਨ ਕਿ ਅੰਮ੍ਰਿਤ ਵੇਲਾ ਹੋ ਗਿਆ, ਭਜਨ ਕਰਨਾ ਚਾਹੀਦਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਕੋਲੋਂ ਜੇ ਕੋਈ ਭੁੱਲਾਂ ਚੁੱਕਾਂ ਹੋ ਗਈਆਂ ਹਨ, ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ। ਸੱਚੇ ਪਾਤਸ਼ਾਹ ਜੀ ਮਹਾਰਾਜ, ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੈਂ ਆਪ ਜੀ ਦਾ ਕਿੰਕਰ ਦਾਸ ਹਾਂ, ਗਰੀਬ ਨਵਾਜ ਜੀ, ਆਪ ਜੀ ਤੋਂ ਹੀ ਬਖਸ਼ਾਉਂਦਾ ਹਾਂ। ਮਹਾਰਾਜ ਕਿਹਦੇ ਕੋਲੋਂ ਹੋਰ ਬਖਸ਼ਾਵਾਂ, ਮੇਰਾ ਕੋਈ ਹੋਰ ਨਹੀਂ ਤੁਹਾਡੇ ਤੋਂ ਬਿਨਾਂ। ਸੱਚੇ ਪਾਤਸ਼ਾਹ ਕਿਰਪਾ ਕਰਕੇ ਮਹਾਰਾਜ ਮੇਰੀਆਂ ਭੁੱਲਾਂ ਚੁੱਕਾਂ ਬਖਸ਼ ਦਿਓ। ਮਹਾਰਾਜ ਜਿੰਨੀਆਂ ਗਲਤੀਆਂ ਮੇਥੋਂ ਹੋਈਆਂ, ਕਿਰਪਾ ਕਰਕੇ ਮੈਨੂੰ ਬਖਸ਼ ਦਿਓ ਜੀ। ਲਾਜ ਰੱਖੋ ਨਿਜ ਨਾਮਹਿ ਕੀ। ਮਹਾਰਾਜ ਆਪਣੇ ਨਾਮ ਦੀ ਲਾਜ ਰੱਖ ਲਓ ਸੱਚੇ ਪਾਤਸ਼ਾਹ ਜੀ, ਕਿਉਂਕਿ ਮੇਰੀ ਤਾਂ ਕਰਤੂਤ ਨਹੀਂ ਚੰਗੀ। ਸੱਚੇ ਪਾਤਸ਼ਾਹ ਆਪ ਜੀ ਦੀ ਰਹਿਤ ਕਮਾਉਣੀ ਚਾਹੀਦੀ ਸੀ ਨਾ, ਉਹ ਵੀ ਮੈਂ ਕਮਾ ਨਹੀਂ ਸਕਿਆ। ਸੱਚੇ ਪਾਤਸ਼ਾਹ ਆਪਣੇ ਨਾਮ ਦੀ ਲਾਜ ਰੱਖ ਲਓ। ਸਿੱਖ ਮੈਂ ਤੁਮਰੋ ਜਗ ਮਾਹਿ ਕਹਾਵਤ। ਮਹਾਰਾਜ ਜਗਤ ਦੇ ਅੰਦਰ ਮੈਂ ਤੁਹਾਡਾ ਸਿੱਖ ਕਹਾਉਂਦਾ ਹਾਂ। ਸੰਸਾਰ ਦੇ ਲੋਕ ਮਹਾਰਾਜ ਮੈਨੂੰ ਜਾਣਦੇ ਐ ਕਿ ਇਹ ਸੰਤੋਖ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਿੱਖ ਹੈ। ਇਹ ਸੱਚੇ ਪਾਤਸ਼ਾਹ, ਇਹ ਕਵਿਰਾਜ ਸਾਨੂੰ ਵੀ ਇਉਂ ਜਾਚ ਦੱਸ ਰਹੇ ਹੈ ਕਿ ਦੀਨ ਦਿਆਲ ਸਤਿਗੁਰੂ ਜੀ ਦੇ ਅੱਗੇ ਇਉਂ ਜੇ ਆਪਣੇ ਪਾਪਾਂ ਨੂੰ ਬਖਸ਼ਾਉਣਾ ਹੈ, ਜੇ ਆਪਣੀ ਸਦਗਤੀ ਚਾਹੁੰਦੇ ਆ, ਇਸ ਉੱਤੇ ਉੱਚੇ ਮਾਰਗ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ, ਤੇ ਫਿਰ ਇਉਂ ਨਿਮਰਤਾ ਸਹਿਤ ਬੇਨਤੀ ਕਰੀਏ। ਸੱਚੇ ਪਾਤਸ਼ਾਹ ਦੇ ਚਰਨਾਂ ਦੇ ਅੰਦਰ ਇਉਂ ਫਰਮਾਉਂਦੇ ਹਨ, ਸਿੱਖ ਮੈਂ ਤੁਮਰੋ ਜਗ ਮਾਹਿ ਕਹਾਵਤ। ਮਹਾਰਾਜ ਮੈਂ ਜਗਤ ਵਿੱਚ ਆਪ ਜੀ ਦਾ ਸਿੱਖ ਕਹਾਉਣਾ ਹਾਂ। ਮਹਾਰਾਜ ਮੈਨੂੰ ਤੁਹਾਡੇ ਨਾਮ ਕਰਕੇ ਜਾਣਦੇ ਐ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਸਿੰਘ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮਾਲਕ ਨੂੰ ਲਾਜ ਹੁੰਦੀ ਹੈ ਨਾ ਆਪਣੇ ਰੱਖੇ ਹੋਏ ਕੁੱਤੇ ਦੀ। ਸੱਚੇ ਪਾਤਸ਼ਾਹ ਆਪਣੇ ਦਰ ਦਾ ਕੂਕਰ ਜਾਣ ਕੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਖਸ਼ ਲਓ।
ਆਪਣੇ ਨਾਮ ਦੀ ਲਾਜ ਰੱਖ ਲਓ ਸੰਸਾਰ ਦੇ ਅੰਦਰ। ਤੁਹਾਡੇ ਨਾਮ ਕਰਕੇ ਮਹਾਰਾਜ ਸਾਨੂੰ ਜਾਣਿਆ ਜਾਂਦਾ ਏ। ਤੂੰ ਬਖਸ਼ੰਦ ਸਦਾ ਸੁਖਦਾਇਕ। ਮਹਾਰਾਜ ਤੁਸੀਂ ਬਖਸ਼ੰਦ ਹੋ, ਸਦਾ ਹੀ ਸੁੱਖਾਂ ਦੇ ਦਾਇਕ ਦੇਣ ਵਾਲੇ ਹੋ। ਮੋਹ ਮਨ ਨਾਹਿ ਬਿਖੈ ਛੁਟਕਾਵਤ। ਮਹਾਰਾਜ ਮੇਰੇ ਮਨ ਵਿੱਚੋਂ ਵਿਸ਼ੇ ਰਸ ਨਹੀਂ ਛੁੱਟਦੇ ਸੱਚੇ ਪਾਤਸ਼ਾਹ, ਇਹ ਕਿਰਪਾ ਕਰਕੇ ਆਪ ਛੁਡਾਓ। ਕਵਿਰਾਜ ਦੀ ਕੈਸੀ ਸੁਚਮਤਾ ਨਾਲ ਬੇਨਤੀ ਕਰ ਰਹੇ ਹੈ। ਮਨ ਦੀਆਂ ਵਿਥਿਆਵਾਂ ਸੱਚੇ ਪਾਤਸ਼ਾਹ ਜੀ ਦੇ ਅੱਗੇ ਖੋਲ੍ਹਦੇ ਹੈ। ਜਿਹੜਾ ਕੋਈ ਆਪਣੇ ਆਪ ਨੂੰ ਸੰਸਾਰ ਵਿੱਚ ਬੜਾ ਉੱਤਮ ਕਰਕੇ ਪੇਸ਼ ਕਰਦਾ ਨਾ, ਉਹਦੇ ਮਨ ਦੇ ਅੰਦਰ ਬਹੁਤ ਕੁਝ ਛੁਪਿਆ ਹੁੰਦਾ ਹੈ। ਪਰ ਜਿਹੜੇ ਸਤਿਪੁਰਖ ਹੁੰਦੇ ਆ ਨਾ, ਜਿਵੇਂ ਬਾਬਾ ਫਰੀਦ ਜੀ ਨੇ ਕਿਹਾ ਹੈ ਕਿ ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ਼, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼। ਇਹ ਦਰਵੇਸ਼ਾਂ ਦੀ ਰੀਤੀ ਹੈ, ਸਤਿਪੁਰਸ਼ਾਂ ਦੀ ਰੀਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਨਾਲ ਉੱਚ ਮੰਡਲਾਂ ਵਿੱਚ ਉਹਨਾਂ ਦੀ ਅਵਸਥਾ ਹੁੰਦੀ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿੱਚ ਫਿਰ ਵੀ ਝੁਕੇ ਹੋਏ ਬੇਨਤੀਆਂ ਕਰਦੇ ਹੀ ਰਹਿੰਦੇ ਆ। ਬ੍ਰਹਮ ਗਿਆਨ ਦੀ ਅਵਸਥਾ ਵਿੱਚ ਵੀ ਪਹੁੰਚ ਕਰਕੇ, ਕਿਉਂਕਿ ਜਿੱਡੀ ਵੱਡੀ ਅਵਸਥਾ ਓਡੀ ਨਿਮਰਤਾ ਆ ਜਾਂਦੀ ਹੈ ਫਿਰ ਅੰਦਰ। ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਹੈ। ਜਿੰਨਾ ਵੱਡਾ ਪਿਆਰ ਦਾ ਪ੍ਰਸਾਦ ਪ੍ਰਾਪਤ ਹੁੰਦਾ ਹੈ, ਓਨਾ ਹੀ ਮਨ ਝੁਕ ਜਾਂਦਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਕਵਿਰਾਜ ਕਹਿੰਦੇ ਮਹਾਰਾਜ ਮੇਰੇ ਤੇ ਕਿਰਪਾ ਕਰੋ, ਆਪ ਬਖਸ਼ਿੰਦ ਦਾਤੇ ਹੋ ਸੱਚੇ ਪਾਤਸ਼ਾਹ। ਮੇਰੇ ਮਨ ਵਿੱਚੋਂ ਵਿਸ਼ਿਆਂ ਦੀ ਜਿਹੜੀ ਲਲਕ ਵੈ ਉਹ ਛੁੱਟ ਜਾਵੇ। ਜਿਹੜੇ ਇਉਂ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਨਾ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਵਿਸ਼ਿਆਂ ਦੀ ਫਾਹੀ ਤੋਂ ਆਜ਼ਾਦ ਕਰ ਦਿੰਦੇ ਆ। ਕਿਉਂਕਿ ਇਹ ਸਤਿਗੁਰਾਂ ਜੀ ਦੀ ਬਾਣੀ ਦਾ ਵੀ ਉਪਦੇਸ਼ ਹੈ ਕਿ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ। ਸਾਰੇ ਹੀ ਜਿੰਨੇ ਜੀਵ ਸੰਸਾਰ ਵਿੱਚ ਆਏ ਆ ਨਾ, ਉਹ ਕਾਮ ਕ੍ਰੋਧ ਦਾ ਚੋਲਾ ਹੀ ਪਾ ਕਰਕੇ ਆਏ ਹੈ। ਇਹ ਦੇਹ ਦੇ ਅੰਦਰ ਸਾਰਾ ਕੁਝ ਹੀ ਵਾਪਰਦਾ ਹੈ। ਪਰ ਜਿਹੜੇ ਸਤਿਗੁਰਾਂ ਦੇ ਚਰਨਾਂ ਨਾਲ ਪਿਆਰ ਕਰਦੇ ਆ ਨਾ, ਗਰੀਬ ਨਵਾਜ ਦੇ ਚਰਨਾਂ ਵਿੱਚ ਇਉਂ ਬੇਨਤੀ ਕਰਦੇ ਆ ਝੁਕ ਕਰਕੇ, ਮਹਾਰਾਜ ਤੁਹਾਡੇ ਤੋਂ ਬਿਨਾਂ ਕੌਣ ਹੈ ਮੇਰਾ ਇਸ ਸੰਸਾਰ ਦੇ ਅੰਦਰ। ਆਪ ਕਿਰਪਾ ਕਰਕੇ ਰੱਖਿਆ ਕਰ ਲਓ, ਆਪਣੇ ਨਾਮ ਦੀ ਲਾਜ ਰੱਖੋ ਸੱਚੇ ਪਾਤਸ਼ਾਹ। ਤੁਹਾਡਾ ਬਾਣਾ ਪਾਇਆ ਏ ਸੰਸਾਰ ਵਿੱਚ ਸੱਚੇ ਪਾਤਸ਼ਾਹ। ਜੇ ਮੈਥੋਂ ਕੋਈ ਭੁੱਲ ਹੋਈ ਤਾਂ ਲੋਕ ਉਲਾਂਭਾ ਦੇਣਗੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੰਘ ਹੋ ਕਰਕੇ ਕੀ ਕਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਨਾਮ ਦੀ ਲਾਜ ਰੱਖ ਲਓ। ਮੇਰੇ ਮਨ ਵਿੱਚੋਂ ਵਿਸ਼ਿਆਂ ਦੀ ਲਲਕ ਜਿਹੜੀ ਹੈ ਛਡਾ ਦਿਓ। ਮਹਾਰਾਜ ਵਿਸ਼ੇ ਛੁੱਟ ਜਾਣ ਮੇਰੇ ਮਨ ਦੇ ਅੰਦਰੋਂ। ਲੋਹ ਤੇ ਹੇਮ ਇਰੰਡ ਤੇ ਚੰਦਨ। ਸੱਚੇ ਪਾਤਸ਼ਾਹ ਆਪ ਤਾਂ ਐਸੇ ਪਾਰਸ ਹੋ, ਲੋਹੇ ਤੋਂ ਸੱਚੇ ਪਾਤਸ਼ਾਹ ਹੇਮ ਸੋਨਾ ਕਰ ਦੇਣ ਵਾਲੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਇੱਕ ਵਪਾਰੀ ਸਿੱਖ ਨੇ ਨਾ, ਉਹ ਜਦੋਂ ਘੇਰਾ ਪਿਆ ਸੀ ਸ਼੍ਰੀ ਆਨੰਦਪੁਰ ਸਾਹਿਬ ਨੂੰ, ਉਹਨੇ ਪਾਰਸ ਲਿਆ ਕੇ ਭੇਟ ਕੀਤਾ। ਕਹਿਣ ਲੱਗਾ ਮਹਾਰਾਜ ਇਸ ਪਾਰਸ ਨਾਲ ਸੋਨਾ ਬਣਾ ਕਰਕੇ ਆਪਾਂ ਮਹਾਰਾਜ ਬੜੀ ਸਾਰੀ ਰਸਤ ਅੰਦਰ ਲਿਆ ਕੇ ਆ ਸਕਦੇ ਹਾਂ ਖਰੀਦ ਕਰਕੇ। ਬਹੁਤ ਸਾਰੇ ਮੁਗਲਾਂ ਨੂੰ ਵੀ ਖਰੀਦ ਲਾਂਗੇ। ਸੱਚੇ ਪਾਤਸ਼ਾਹ ਦੇ ਅੱਗੇ ਪਾਰਸ ਭੇਟ ਕੀਤਾ, ਹਜੂਰ ਨੇ ਖੂਹ ਵਿੱਚ ਸਿੱਟ ਦਿੱਤਾ। ਉਹ ਬੜਾ ਸਿੱਖ ਹੈਰਾਨ ਹੋਇਆ, ਮਨ ਵਿੱਚ ਸੋਚਦਾ ਕਿ ਸ਼ਾਇਦ ਗੁਰੂ ਸਾਹਿਬ ਨੂੰ ਪਤਾ ਨਹੀਂ ਸੀਗਾ ਕਿ ਇਹ ਪਾਰਸ ਵੈ, ਮਹਾਰਾਜ ਨੇ ਪੱਥਰ ਜਾਣ ਕੇ ਸਿੱਟ ਦਿੱਤਾ ਹੈ। ਸੱਚੇ ਪਾਤਸ਼ਾਹ ਦਾ ਫੁਰਨਾ ਜਾਣ ਕਰਕੇ ਕਹਿੰਦੇ ਭਾਈ ਸਿੱਖਾ ਵੇਖ ਖੂਹ ਵਿੱਚ ਜਿਹੜਾ ਤੇਰਾ ਕੋਈ ਪਾਰਸ ਹੈ ਤਾਂ ਉਹ ਪਛਾਣ ਕੇ ਕੱਢ ਲੈ। ਜਦੋਂ ਉਹਨੇ ਖੂਹ ਵਿੱਚ ਨਿਗਾਹ ਪਾਈ, ਸਾਰਾ ਖੂਹ ਹੀ ਪਾਰਸਾਂ ਨਾਲ ਭਰਿਆ ਹੋਇਆ ਦਿਸਿਆ। ਬਹੁਤ ਚਿੱਤ ਵਿਸਮਾਦ ਹੋ ਗਿਆ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਹੱਥ ਸੁੱਚੇ ਕਰ ਰਹੇ ਸੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜੂਰ ਦੇ ਕਰ ਕਮਲਾਂ ਨੂੰ ਛੋਹ ਕਰਕੇ ਜਿਹੜਾ ਜਲ ਧਰਤੀ ਤੇ ਡਿੱਗਿਆ ਸੀ, ਉਹਨੀ ਸਾਰੀ ਧਰਤੀ ਸੋਨੇ ਦੀ ਉਹਨੂੰ ਦਿਖਾਤੀ ਸੱਚੇ ਪਾਤਸ਼ਾਹ ਨੇ। ਉਹਨੂੰ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਤੋਂ ਵੱਡਾ ਹੋਰ ਕੋਈ ਪਾਰਸ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਜੇ ਚਾਹਣ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਤੱਖ ਵੀ ਧਰਤੀ ਨੂੰ ਸੜੇ ਹੋਏ ਲੋਹੇ ਨੂੰ ਸੋਨਾ ਕਰ ਸਕਦੇ ਹੈ। ਗੁਰ ਪਾਰਸ ਹਮ ਲੋਹ। ਸੱਚੇ ਪਾਤਸ਼ਾਹ ਪਾਰਸ ਦੀ ਨਿਆਈ ਹੈ, ਸਾਡੇ ਮਨ ਵਕਾਰੀ ਲੋਹੇ ਦੀ ਨਿਆਈ ਹੈ, ਜਿਨ੍ਹਾਂ ਨੂੰ ਵਕਾਰਾਂ ਦਾ ਜੰਗਾਲ ਲੱਗਿਆ ਪਿਆ ਹੈ। ਹੇ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਹੀ ਇੱਕੋ ਇੱਕ ਐਸੇ ਪਾਰਸ ਹੋ, ਮੇਰੇ ਵਕਾਰਾਂ ਵਿੱਚ ਸੜੇ ਹੋਏ ਗਲੇ ਹੋਏ ਜੰਗਾਲ ਖਾਧੇ ਹੋਏ ਮਹਾਰਾਜ ਮਨ ਨੂੰ ਸੋਨੇ ਦੀ ਤਰ੍ਹਾਂ ਸੁੱਧ ਕਰ ਸਕਦੇ ਹੋ। ਆਪ ਕਿਰਪਾ ਕਰਕੇ ਮਹਾਰਾਜ ਮੈਨੂੰ ਸਰੂਪ ਦਾ ਗਿਆਨ ਬਖਸ਼ ਦਿਓ, ਪਾਪਾਂ ਤੋਂ ਰੱਖਿਆ ਕਰ ਲਓ। ਇਰੰਡ ਤੇ ਚੰਦਨ। ਫਿਰ ਜਿਹੜੀ ਅਰੰਡ ਹੁੰਦੀ ਹੈ ਉਹ ਨਕੰਮੀ ਹੁੰਦੀ ਹੈ।
ਉਹ ਚੰਦਨ ਦੇ ਨੇੜੇ ਹੋਵੇ ਤੇ ਚੰਦਨ ਨੂੰ ਫਿਰ ਲਾਜ ਹੁੰਦੀ ਹੈ ਕਿ ਮੇਰੇ ਨੇੜੇ ਹੈ। ਇਸ ਕਰਕੇ ਫਿਰ ਰੰਡ ਵੀ ਚੰਦਨ ਵਰਗੀ ਖੁਸ਼ਬੂ ਦੇਣ ਲੱਗ ਜਾਂਦੀ ਹੈ। ਸੱਚੇ ਪਾਤਸ਼ਾਹ ਹਾਂ ਤਾਂ ਰੰਡ ਵਰਗੇ ਨਿਕੰਮੇ ਮਹਾਰਾਜ ਕਿਸੇ ਵੀ ਕੰਮ ਜੋਗੇ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਨਾ ਘਰ ਜੋਗੇ ਨਾ ਘਾਟ ਜੋਗੇ ਰਹੇ, ਨਾ ਬਾਹਰ ਜੋਗੇ ਨਾ ਅੰਦਰ ਜੋਗੇ ਰਹੇ। ਸੱਚੇ ਪਾਤਸ਼ਾਹ ਮਹਾਰਾਜ ਇਹ ਤਾਂ ਤੁਹਾਨੂੰ ਲਾਜ ਹੈ ਨਾ। ਸੱਚੇ ਪਾਤਸ਼ਾਹ ਜੀ ਆਪ ਜੀ ਦਾ ਬਾਣਾ ਪੈ ਰਿਹਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਵੀ ਭਗਤੀ ਦੀ ਖੁਸ਼ਬੂ ਨਾਲ ਮਹਿਕਣ ਲਾ ਦਿਓ। ਮਿਹਰ ਕਰੋ ਸੱਚੇ ਪਾਤਸ਼ਾਹ। ਜਿਵੇਂ ਚੰਦਨ ਦੇ ਨੇੜੇ ਅਰੰਡ ਹੋਵੇ ਉਹ ਵੀ ਚੰਦਨ ਦੀ ਖੁਸ਼ਬੂ ਨਾਲ ਮਹਿਕਣ ਲੱਗ ਜਾਂਦੀ ਹੈ। ਆਪ ਜੀ ਦੇ ਸੱਚੇ ਪਾਤਸ਼ਾਹ ਜੀ ਬਾਣੀ ਬਾਣੇ ਨੂੰ ਧਾਰਨ ਕੀਤਾ, ਕਿਰਪਾ ਕਰਕੇ ਭਗਤੀ ਦੀ ਖੁਸ਼ਬੂ ਪਾ ਦਿਓ। ਤੁਸੀਂ ਹੋ ਇੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਅਰੰਡ ਵਰਗੇ ਨਿਕੰਮਿਆਂ ਨੂੰ ਭਗਤੀ ਦੀ ਖੁਸ਼ਬੂ ਨਾਲ ਨਿਹਾਲ ਕਰ ਸਕਦੇ ਹੋ। ਮਹਾਰਾਜ ਪਾਪੀਆਂ ਨੂੰ ਸੜੇ ਹੋਏ ਲੋਹੇ ਵਰਗੇ ਜਿਹੜੇ ਮਨ ਹੈ ਉਹਨਾਂ ਨੂੰ ਚੰਦਨ ਵਰਗੇ ਸੁੱਧ, ਵਾਹਿਗੁਰੂ ਸੋਨੇ ਵਰਗੇ ਸੁੱਧ ਕਰ ਸਕਦੇ ਹੋ। ਸਰੂਪ ਦਾ ਗਿਆਨ ਦੇ ਕਰਕੇ ਨਿਹਾਲ ਕਰ ਸਕਦੇ ਹੋ। ਮਾਨੁਖ ਤੇ ਸੁਰ ਤੂੰ ਹੀ ਬਨਾਵਤ। ਸੱਚੇ ਪਾਤਸ਼ਾਹ ਮਨੁੱਖਾਂ ਨੂੰ ਦੇਵਤੇ ਬਣਾ ਸਕਦੇ ਹੋ। ਸੱਚੇ ਪਾਤਸ਼ਾਹ ਜੀ ਇਹ ਇਸ ਪ੍ਰਕਾਰ ਆਪ ਨੂੰ ਦੇਰ ਨਹੀਂ ਲੱਗਦੀ। ਛਿਨ ਮਾਤਰ ਸਮੇਂ ਦੇ ਅੰਦਰ ਹੀ ਮਨੁੱਖਾਂ ਤੋਂ ਦੇਵਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਬਣਾ ਦਿੰਦੇ ਹੋ। ਇਸੇ ਪ੍ਰਕਾਰ ਹੀ ਮਾਨੁਖ ਤੇ ਸੁਰ ਤੂੰ ਹੀ ਬਨਾਵਤ। ਤੁਸੀਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਨੁੱਖ ਬਿਰਤੀ ਤੋਂ ਸੁਰ ਦੇਵ ਬਿਰਤੀ ਸੱਚੇ ਪਾਤਸ਼ਾਹ ਬਣਾ ਦਿੰਦੇ ਹੋ। ਮਿਹਰ ਕਰਕੇ ਪ੍ਰਕਾਸ਼ ਬਿਰਤੀ ਬਖਸ਼ਿਸ਼ ਕਰ ਦਿੰਦੇ ਹੋ। ਬਿਰਤੀ ਵਿੱਚ ਮਹਾਰਾਜ ਨਿਰੰਕਾਰ ਦਾ ਸਰੂਪ ਆਪ ਬਖਸ਼ਿਸ਼ ਕਰ ਦਿੰਦੇ ਹੋ। ਕਬਿਤ ਸੁੰਦਰਤਾ ਸਾਲ ਕਰ ਕਰਬ ਵਿਸਾਲ ਕਰ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੀਰ ਦੀ ਸਡੌਲਤਾ ਹੁਣ ਦੱਸਦੇ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਸਰੀਰ ਕਰਕੇ ਵੀ ਕੈਸੇ ਬਲੀ ਬਲਵਾਨ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਆਪਣੇ ਜੀਵਨ ਦੇ ਅੰਦਰ ਜਦੋਂ ਆਪਾਂ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ ਤੇ ਇਹ ਸਾਨੂੰ ਸਾਹਮਣੇ ਇਹ ਗੱਲ ਆਵੇਗੀ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਸਰੀਰ ਦੇ ਜਿਹੜੇ ਆ ਕਸਰਤ ਵਾਸਤੇ ਬਹੁਤ ਸਮਾਂ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਦੀਆਂ ਭੁਜਾਵਾਂ ਕੈਸੀਆਂ ਹਨ। ਸੱਚੇ ਪਾਤਸ਼ਾਹ ਜੀ ਦੇ ਜਿਹੜੇ ਹਸਤ ਕਮਲ ਹਨ ਕੈਸੇ ਬਲਵਾਨ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਕਬਜੇ ਦੇ ਉੱਤੇ ਹੱਥ ਧਰਦੇ ਹੈ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਹੱਥ ਜਦੋਂ ਸ੍ਰੀ ਸਾਹਿਬ ਦੇ ਕਬਜੇ ਵੱਲ ਨੂੰ ਜਾਂਦਾ ਹੈ ਦਸਾਂ ਦਿਸ਼ਾਵਾਂ ਦੇ ਦਿਗਪਾਲ ਕੰਬਦੇ ਕਿ ਸੱਚੇ ਪਾਤਸ਼ਾਹ ਮਹਾਰਾਜ ਦਾ ਹਸਤ ਕਮਲ ਤੇਗੇ ਦੇ ਮੁੱਠੇ ਵੱਲ ਨੂੰ ਕਿਉਂ ਗਿਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਬਲੀ ਬਲਵਾਨ ਹਨ। ਮਹਾਰਾਜ ਦੇ ਸਰੀਰ ਦੇ ਬਲ ਦਾ ਨਿਰੂਪਣ ਕਰਦਿਆਂ ਹੋਇਆਂ ਕਵਿਰਾਜ ਇਉਂ ਤਸਵੀਰ ਖਿੱਚਦੇ ਹਨ। ਸੁੰਦਰਤਾ ਸਾਲ ਕਰ ਕਰਬ ਵਿਸਾਲ ਕਰ। हे ਸੱਚੇ ਪਾਤਸ਼ਾਹ ਆਪ ਸੁੰਦਰਤਾ ਦਾ ਸਾਲ ਘਰ ਹੀ ਹੋ। ਸਾਰੀ ਕਾਇਨਾਤ ਨੂੰ ਸਾਰੀ ਕਾਇਨਾਤ ਦੀ ਸੁੰਦਰਤਾ ਨੂੰ ਇੱਕ ਥਾਂ ਤੇ ਇਕੱਠਿਆਂ ਕਰ ਦਿਓ ਤੇ ਉਸ ਦਾ ਨਾਮ ਕੀ ਹੈ? ਉਸ ਸੁੰਦਰਤਾ ਦਾ ਨਾਮ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਇੰਨੇ ਸੁੰਦਰ ਸਰੂਪ ਸੱਚੇ ਪਾਤਸ਼ਾਹ ਜੀ। ਗਰੀਬ ਨਿਵਾਜ ਆਪ ਸੁੰਦਰਤਾ ਦਾ ਸਾਲ ਘਰ ਹੋ ਤੇ ਆਪ ਜੀ ਦੇ ਕਰ ਜਿਹੜੇ ਹੱਥ ਹਨ, ਆਪ ਜੀ ਦੀਆਂ ਜਿਹੜੀਆਂ ਭੁਜਾਵਾਂ ਹਨ ਉਹ ਕਰਬ ਵਿਸਾਲ ਕਰ। ਕਰਬ ਕਹਿੰਦੇ ਆ ਹਾਥੀ ਦੇ ਬੱਚੇ ਨੂੰ, ਭਾਵ ਜਵਾਨ ਹਾਥੀ, ਬਿਰਧ ਹਾਥੀ ਨਹੀਂ ਜਵਾਨ ਹਾਥੀ। ਉਸ ਦੀ ਜਿਹੜੀ ਸੁੰਡ ਕਿੱਡੀ ਬਲਵਾਨ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦੀ ਸੁੰਡ ਵਰਗੀਆਂ ਆਪ ਦੀਆਂ ਭੁਜਾਵਾਂ ਹਨ। ਸੱਚੇ ਪਾਤਸ਼ਾਹ ਹਾਥੀ ਦੀਆਂ ਸੁੰਡ ਵਰਗੀਆਂ ਆਪ ਦੀਆਂ ਬਲਵਾਨ ਭੁਜਾਵਾਂ ਹਨ। ਕਰ ਮਤ ਚਾਲ ਤਰ ਤੁਰਕਨ ਤੋਰੀਆ। ਸੱਚੇ ਪਾਤਸ਼ਾਹ ਫਿਰ ਮਸਤ ਚਾਲ ਆਪ ਚੱਲਣ ਵਾਲੇ ਹੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਅਲੰਕਾਰ ਕਵਿਰਾਜ ਜੀ ਦਿੰਦੇ ਐ ਕਿਉਂਕਿ ਕਹਿੰਦੇ ਜਦੋਂ ਹਾਥੀ ਤੁਰਦਾ ਹੋਵੇ ਨਾ ਤਾਂ ਆਪਣੀ ਮਸਤ ਚਾਲ ਹੀ ਚੱਲਦਾ ਰਹਿੰਦਾ ਹੈ। ਲਾਗੇ ਭਾਵੇਂ ਉਹਦੇ ਕੁੱਤੇ ਆ ਕਰਕੇ ਕਿੰਨਾ ਭੌਂਕਦੇ ਐ ਤੇ ਉਹ ਆਪਣੀ ਮਸਤ ਚਾਲ ਵਿੱਚ ਚੱਲਦਾ ਹੀ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਐਸੀ ਮਸਤ ਚਾਲ ਨੂੰ ਚੱਲਣ ਵਾਲੇ ਹੋ। ਕਦੇ ਤਾਂ ਆ ਕਰਕੇ ਖਬਰਾਂ ਮਿਲਦੀਆਂ ਮਹਾਰਾਜ ਪਹਾੜੀਆਂ ਦਾ ਜਿਹੜਾ ਖੂਨੀ ਹਾਥੀ ਆ ਉਹ ਚੜ੍ਹ ਕੇ ਆ ਰਿਹਾ ਮਹਾਰਾਜ ਕੋਈ ਵਿਉਂਤ ਬਣਾਈਏ। ਕਦੇ ਕੋਈ ਖਬਰ ਮਿਲਦੀ ਮਹਾਰਾਜ ਕੋਈ ਸ਼ਹਿਜ਼ਾਦਾ ਚੜ੍ਹ ਕੇ ਆ ਗਿਆ, ਕਦੀ ਕੋਈ ਪਹਾੜੀ ਰਾਜਾ ਚੜ੍ਹ ਕੇ ਆ ਗਿਆ, ਕਦੇ ਵਜ਼ੀਰ ਖਾਨ ਸਰਹੰਦ ਦੇ ਸੂਬੇ ਨੇ ਹਮਲਾ ਬੋਲ ਦਿੱਤਾ।
ਸੱਚੇ ਪਾਤਸ਼ਾਹ ਇਹ ਖਬਰਾਂ ਤਾਂ ਆਉਂਦੀਆਂ ਆਪ ਦੇ ਕੋਲ, ਪਰ ਆਪ ਆਪਣੀ ਮਸਤ ਚਾਲ ਹੀ ਚੱਲਦੇ ਹੋ। ਰੋਜ਼ ਦੀਵਾਨ ਸਜਦਾ ਹੈ, ਆਪ ਆਸਾ ਦੀ ਵਾਰ ਤਖਤ ਤੇ ਸੁਭਾਏਮਾਨ ਹੋ ਕੇ ਸੁਣਦੇ ਹੋ। ਫਿਰ ਸੋਦਰ ਦੀ ਚੌਂਕੀ ਦੇ ਵਿੱਚ ਆਪ ਜੀ ਮਹਾਰਾਜ ਤਖਤ ਤੇ ਸਜਦੇ ਹੋ। ਸ਼ਾਮ ਨੂੰ ਸੱਚੇ ਪਾਤਸ਼ਾਹ ਆਪ ਆਰਾਮ ਕਰਨ ਵਾਸਤੇ ਮਹਿਲਾਂ ਵਿੱਚ ਚਲੇ ਜਾਂਦੇ ਹੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਉਵੇਂ ਹੀ ਆਪ ਆਪਣੇ ਸਿੰਘਾਂ ਨਾਲ ਹੱਸਦੇ ਖੇਡਦੇ ਬਚਨ ਬਲਾਸ ਕਰਦੇ ਹੋ। ਮਸਤ ਚਾਲ ਆਪ ਚੱਲਦੇ ਹੋ। ਆਪ ਜੀ ਦੇ ਕਿਸੇ ਪ੍ਰਕਾਰ ਕੋਈ ਜੀਵਨ ਦੇ ਅੰਦਰ ਕੋਈ ਇਹੋ ਜਿਹਾ ਫਰਕ ਨਹੀਂ ਪੈਂਦਾ। ਕਿਸੇ ਜ਼ਾਲਮ ਦੇ ਚੜ੍ਹ ਕੇ ਆਉਣ ਕਰਕੇ ਮਹਾਰਾਜ ਕਹਿੰਦੇ ਜਦੋਂ ਸ਼ਹਿਜ਼ਾਦੇ ਦਾ ਆਗਮਨ ਹੋਇਆ ਤੇ ਬਹੁਤ ਸਾਰਾ ਜਿਹੜੇ ਪਹਾੜੀ ਰਾਜੇ ਡਰ ਗਏ। ਸਾਨੂੰ ਵੀ ਮਹਾਰਾਜ ਕਹਿੰਦੇ ਲੋਕਾਂ ਨੇ ਬਹੁਤ ਜ਼ਿਆਦਾ ਡਰਾਉਣਾ ਕੀਤਾ, ਪਰ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੇ ਸਾਡੀ ਰੱਖਿਆ ਕੀਤੀ। ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪਣੀ ਬਾਣੀ ਵਿੱਚ ਵੀ ਲਿਖਦੇ ਐ, ਮਹਾਰਾਜ ਆਪ ਮਸਤ ਚਾਲ ਚੱਲਣ ਵਾਲੇ ਹੋ। ਕਿਸੇ ਪ੍ਰਕਾਰ ਆਪ ਨੂੰ ਕੋਈ ਪਰਵਾਹ ਨਹੀਂ, ਆਪ ਦੇ ਖਾਲਸੇ ਨੂੰ ਕੋਈ ਪਰਵਾਹ ਨਹੀਂ। ਇਹੋ ਜੀ ਆਪ ਜੀ ਨੇ ਪੰਥ ਪ੍ਰਗਟ ਕੀਤਾ ਹੈ। ਇਸ ਪ੍ਰਕਾਰ ਕਹਿੰਦੇ ਹਨ, ਕਰ ਮਤ ਚਾਲ ਤਰ ਤੁਰਕਨ ਤੋਰੀਆ। ਇਹ ਮਸਤ ਚਾਲ ਦੇ ਚੱਲਣ ਵਾਲੇ ਉਹ ਸੱਚੇ ਪਾਤਸ਼ਾਹ ਤੇ ਤੁਰਕਾਂ ਰੂਪੀ ਜਿਹੜਾ ਬ੍ਰਿਕਸ਼ ਹੈ ਨਾ, ਉਹ ਆਪ ਨੇ ਤੋੜ ਸਿੱਟਿਆ, ਮਲ ਸਿੱਟਿਆ। ਜਿਵੇਂ ਹਾਥੀ ਆਪਣੀ ਸੁੰਡ ਦੇ ਨਾਲ ਰੁੱਖ ਨੂੰ ਜਿਹੜਾ ਹੈ ਜੜੋਂ ਪੁੱਟ ਦਿੰਦਾ ਨਾ, ਇਉਂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਤੁਰਕਾਂ ਰੂਪੀ ਬ੍ਰਿਕਸ਼ ਨੂੰ ਜੜੋਂ ਹੀ ਉਖੇੜ ਦਿੱਤਾ ਏ। ਹਿੰਦ ਅਵ ਲਿੰਬ ਤਾਰੇ ਭਵ ਨਿਧ ਅੰਬ ਸਭ। ਹਿੰਦ ਅਵਲੰਬ ਤਾਰੇ, ਸੱਚੇ ਪਾਤਸ਼ਾਹ ਜਿਹੜੀ ਹਿੰਦ ਵੈ ਇਹਨੂੰ ਆਪਣਾ ਅਵਲੰਬ ਆਸਰਾ ਦੇ ਕਰਕੇ ਆਪ ਨੇ ਤਾਰਿਆ ਹੈ। ਡੁੱਬਦੀ ਜਾਂਦੀ ਹਿੰਦ ਨੂੰ ਸੱਚੇ ਪਾਤਸ਼ਾਹ ਆਪ ਜੀ ਨੇ ਆਸਰਾ ਦਿੱਤਾ ਹੈ, ਨਹੀਂ ਤੇ ਨਰੰਗੇ ਨੇ ਸਭ ਪਾਸੇ ਬਾਂਗਾ ਬੋਲਣ ਲਾ ਦੇਣੇ ਸੀਗੇ। ਜਿਹੜੇ ਅੱਜ ਬੜਾ ਮਾਣ ਕਰਦੇ ਆ ਨਾ ਕਿ ਇਸ ਪ੍ਰਕਾਰ ਸਾਡਾ ਧਰਮ ਬੜਾ ਵਿਲੱਖਣ ਹੈ, ਇਹ ਨਰੰਗੇ ਦੇ ਸਾਹਮਣੇ ਕੋਈ ਹੌਸਲਾ ਨਹੀਂ ਸੀ ਕਰਦਾ। ਸਭ ਦੇਵੀ ਦੇਵਤੇ ਵੀ ਛਪਨ ਹੋ ਗਏ ਸੀ। ਇਹ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਆਪਣਾ ਆਸਰਾ ਹਿੰਦ ਨੂੰ ਦੇਣਾ ਕੀਤਾ। ਡੁੱਬਦੀ ਹੋਈ ਹਿੰਦ ਨੂੰ ਬਚਾ ਲਿਆ ਸੱਚੇ ਪਾਤਸ਼ਾਹ। ਹਿੰਦ ਅਵਲੰਬ ਤਾਰੇ, ਆਪਣਾ ਆਸਰਾ ਦੇ ਕਰਕੇ ਮਹਾਰਾਜ ਤਾਰਨਾ ਕੀਤੇ। ਭਵ ਨਿਧ ਅੰਬ ਸਭ, ਤੇ ਮਹਾਰਾਜ ਭਵਨਿਧ ਜਿਹੜਾ ਸੰਸਾਰ ਸਮੁੰਦਰ ਵੈ, ਇਹਦੇ ਅੰਦਰ ਜਿਹੜਾ ਪਦਾਰਥਾਂ ਰੂਪੀ ਅੰਬ ਪਾਣੀ ਹੈ, ਉਹਦੇ ਵਿੱਚੋਂ ਸਾਰੇ ਤਾਰ ਦਿੱਤੇ। ਜਿਹੜਾ ਆਪ ਜੀ ਦੇ ਆਸਰੇ ਨੂੰ ਪ੍ਰਾਪਤ ਕਰ ਗਿਆ, ਜਿਹੜਾ ਸ਼ਰਨ ਆ ਗਿਆ ਸੱਚੇ ਪਾਤਸ਼ਾਹ, ਉਹਨਾਂ ਨੂੰ ਆਪ ਨੇ ਸੰਸਾਰ ਸਮੁੰਦਰ ਦੇ ਅੰਦਰ ਪਦਾਰਥਾਂ ਰੂਪੀ ਜਲ ਵਿੱਚ ਨਹੀਂ ਡੁੱਬਣ ਦਿੱਤਾ। ਦੁਸ਼ਟਨ ਦੰਡ ਹਰ ਰੂਪ ਗੁਰ ਮੋਰੀਆ। ਮਹਾਰਾਜ ਆਪ ਦੁਸ਼ਟਾਂ ਨੂੰ ਦੰਡ ਦੇਣ ਵਾਲੇ ਹੋ, ਹਰੀ ਦਾ ਸਰੂਪ ਹੋ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਦਰਸ਼ਨਾਂ ਤੇ ਮਿਹਰ ਕਰਦੇ ਆ ਕਵੀ ਰਾਜ। ਕਹਿੰਦੇ ਹਨ ਮੇਰੇ ਹਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਕਿੰਨਾ ਪਿਆਰ ਕਰਦੇ ਆ ਸੱਚੇ ਪਾਤਸ਼ਾਹ ਜੀ ਦੇ ਉਸ ਸਰੂਪ ਦੇ ਨਾਲ। ਧੰਨ ਹਨ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੂੰ ਐਸਾ ਪਿਆਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਆ ਹੈ। ਮਹਾਰਾਜ ਆਪ ਦੁਸ਼ਟਾਂ ਨੂੰ ਪਾਪੀਆਂ ਨੂੰ ਦੰਡ ਦੇਣ ਵਾਲੇ ਹੋ। ਐਸੇ ਹਰੀ ਦਾ ਸਰੂਪ ਹਨ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ। ਕਿੰਕਰ ਉਤਾਰ ਪਾਰ ਦੀਜੀਏ ਦਿਦਾਰ ਨਿਜ। ਮਹਾਰਾਜ ਆਪਣਾ ਕਿੰਕਰ ਦਾਸ ਜਾਣ ਕਰਕੇ ਮੈਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ, ਆਪਣਾ ਦਰਸ਼ਨ ਬਖਸ਼ ਦਿਓ। ਲਾਗੀ ਤੇਰੇ ਨਾਮ ਤਾਰ ਛੋਰੀ ਆਸ ਹੋਰੀਆ। ਮਹਾਰਾਜ ਆਪ ਜੀ ਦੇ ਨਾਮ ਦੀ ਲਿਵ ਲੱਗ ਗਈ ਹੈ ਮੇਰੇ ਅੰਦਰ, ਹੋਰ ਸਾਰੀਆਂ ਹੀ ਆਸਾਂ ਮੈਂ ਛੱਡ ਦਿੱਤੀਆਂ ਨੇ। ਕੋਈ ਮੈਨੂੰ ਆਸ ਨਹੀਂ। ਭਾਵੇਂ ਕਿ ਕਵੀ ਰਾਜ ਬਹੁਤ ਅਮੀਰ ਵੀ ਹੋਏ, ਫਿਰ ਜਦੋਂ ਕੈਂਥਲ ਵਿੱਚ ਨੌਕਰੀ ਕੀਤੀ ਹੈ, ਕਹਿੰਦੇ ਉਹ ਹਵੇਲੀ ਸੀ ਕਵੀ ਰਾਜ ਦੇ ਕੋਲ ਜਿਨ੍ਹਾਂ ਦਰਵਾਜ਼ਿਆਂ ਵਿੱਚੋਂ ਹਾਥੀ ਅੰਬਾਰੀਆਂ ਸਮੇਤ ਲੰਘ ਜਾਂਦੇ ਸੀ। ਐਡੀ ਅਮੀਰੀ ਵੀ ਵੇਖੀ ਹੈ ਕਵੀ ਰਾਜ ਜੀ ਨੇ, ਪਰ ਉਸ ਅਮੀਰੀ ਦਾ ਮਾਣ ਨਹੀਂ ਰੱਖਿਆ ਕਿ ਮਹਾਰਾਜ ਹੋਰ ਸਾਰੀਆਂ ਹੀ ਆਸਾਂ ਛੱਡ ਦਿੱਤੀਆਂ। ਮਹਾਰਾਜ ਇੱਕ ਆਪ ਜੀ ਦੀ ਆਸ ਹੈ ਸੱਚੇ ਪਾਤਸ਼ਾਹ, ਹੋਰ ਸਾਰੀਆਂ ਹੀ ਮੇਰੇ ਅੰਦਰੋਂ ਆਸਾਂ ਚੁੱਕ ਗਈਆਂ ਹਨ। ਪਰਿਓ ਦਰਬਾਰ ਸਭੈ ਥਾਮ ਨਿਰਧਾਰ ਕਰ। ਮਹਾਰਾਜ ਸਾਰੇ ਥਾਵਾਂ ਨੂੰ ਮੈਂ ਜਿਹੜਾ ਨਾ ਘੋਖ ਕੇ ਵੇਖ ਲਿਆ ਹੈ, ਪਰਖ ਕੇ ਵੇਖ ਲਿਆ ਹੈ। ਸੱਚੇ ਪਾਤਸ਼ਾਹ ਸਾਰੇ ਹੀ ਥਾਂ ਝੂਠੇ ਹੈ, ਇੱਕ ਆਪ ਦਾ ਦਰ ਸੱਚਾ ਹੈ ਸੱਚੇ ਪਾਤਸ਼ਾਹ। ਇਸ ਕਰਕੇ ਨਿਰਧਾਰ ਨਿਰਣੇ ਕਰਕੇ ਮਹਾਰਾਜ ਮੈਂ ਆਪ ਜੀ ਦੇ ਦਰ ਤੇ ਆ ਕਰਕੇ ਪੈ ਗਿਆ ਹਾਂ। ਸਭ ਦੁਆਰ ਛੱਡ ਕਰਕੇ ਕਾਬ ਦਾ ਦੁਆਰਾ ਪਕੜ ਲਿਆ ਏ। ਮੋਖ ਕੇ ਉਦਾਰ ਤੁਮ ਨਮੋ ਕਰ ਜੋਰੀਆ। ਆਪ ਮਹਾਰਾਜ ਮੋਖ ਮੁਕਤੀ ਦੇ ਉਦਾਰ ਦਾਤਾ ਹੋ, ਨਮੋ ਕਰ ਜੋਰੀਆ। ਦੋਵੇਂ ਹੱਥ ਜੋੜ ਕਰਕੇ ਮਹਾਰਾਜ
ਮੇਰੀ ਗਰੀਬ ਦੀ ਆਪ ਦੇ ਚਰਨਾਂ ਵਿੱਚ ਨਮਸਕਾਰ ਹੈ। ਦੋਵੇਂ ਹੱਥ ਜੋੜ ਕਰਕੇ ਆਪ ਦੇ ਚਰਨਾਂ ਵਿੱਚ ਮਹਾਰਾਜ ਮੈਂ ਮੱਥਾ ਟੇਕਦਾ, ਨਮਸਕਾਰ ਕਰਦਾ ਹਾਂ। ਇਹ ਕਵੀਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਜੋ ਧਿਆਨ ਵਿੱਚ ਦਰਸ਼ਨ ਕਰਦੇ ਹਨ, ਉਹਨਾਂ ਦਰਸ਼ਨਾਂ ਦੀਆਂ ਤਸਵੀਰਾਂ ਖਿੱਚੀਆਂ ਕਿ ਮਹਾਰਾਜ ਦਾ ਕੈਸਾ ਰਾਜਿਆਂ ਵਰਗਾ ਪਵਿੱਤਰ ਸਰੂਪ ਜਿਹੜਾ ਹੈ ਉਹ ਸਤਿਗੁਰੂ ਜਦੋਂ ਤਖਤ ਤੇ ਬੈਠਦੇ ਆ ਤੇ ਕੈਸਾ ਪ੍ਰਭਾਵ, ਕੈਸੀ ਸੋਭਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ। ਜਿਵੇਂ ਰਾਜੇ ਆਪਣਾ ਦਰਬਾਰ ਸਜਾਉਂਦੇ ਆ ਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰਬਾਰ ਦੀ ਇਹੋ ਜੀ ਸੋਭਾ ਹੈ ਕਿ ਨਰੰਗਾ ਵੀ ਸੁਣ ਸੁਣ ਕੇ ਬੜਾ ਹੈਰਾਨ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰਬਾਰ ਵਿੱਚ ਉਹ ਰਾਜਾ ਰਤਨ ਰਾਏ ਨੇ ਪ੍ਰਸਾਦੀ ਹਾਥੀ ਭੇਟ ਕੀਤਾ ਸੀ, ਪੰਚਕਲਾ ਸ਼ਸਤਰ ਭੇਟ ਕੀਤਾ ਸੀ, ਚੰਦਨ ਦੀ ਚੌਂਕੀ ਭੇਟ ਕੀਤੀ ਸੀ। ਇਹ ਭੀਮ ਚੰਦ ਉਹਦੇ ਤੇ ਲਲਾਂ ਸਿੱਟੀ ਜਾਂਦਾ ਸੀ, ਇੰਨਾ ਜ਼ਿਆਦਾ ਤਰਸਿਆ। ਮਹਾਰਾਜ ਦੇ ਕੋਲੋਂ ਛਲ ਕਪਟ ਦੇ ਨਾਲ ਮੰਗਦਾ ਰਿਹਾ, ਪਰ ਸੱਚੇ ਪਾਤਸ਼ਾਹ ਮਹਾਰਾਜ ਨੇ ਛਲ ਤੇ ਕਪਟ ਨਾਲ, ਹੁਣ ਗੁਰੂ ਜੀ ਦੇ ਨਾਲ ਛਲ ਕਪਟ ਕਿਵੇਂ ਪਹੁੰਚ ਸਕਦਾ ਹੈ? ਕਿਸੇ ਮਨੁੱਖ ਨੂੰ ਤਾਂ ਛਲਿਆ ਜਾ ਸਕਦਾ, ਪਰ ਪੂਰੇ ਗੁਰੂ ਜੀ ਨੂੰ ਕਿਵੇਂ ਛਲਿਆ ਜਾ ਸਕਦਾ? ਐਸੀ ਸੋਭਾ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਬਾਰ ਦੀ ਕਿ ਪਹਾੜੀ ਰਾਜੇ ਵੀ ਵੇਖ ਵੇਖ ਕਰਕੇ ਹੈਰਾਨ ਹੁੰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਹੋ ਜਿਹਾ ਸੁੰਦਰ ਸਰੂਪ ਕਵੀਰਾਜ ਜੀ ਆਪਣੇ ਧਿਆਨ ਵਿੱਚ ਦਰਸ਼ਨ ਕਰਦੇ ਹੈ, ਵੀਰ ਰਸੀ ਸਰੂਪ ਦਾ ਚਿਤਰਨ ਕਰਦੇ ਹੈ। ਫਿਰ ਨੀਲੇ ਦੇ ਸਾਹ ਸਵਾਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜੂਰ ਦਾ ਘੋੜੇ ਤੇ ਚੜ੍ਹਿਆ ਹੋਇਆਂ ਵੀ ਦਰਸ਼ਨ ਕਵੀਰਾਜ ਜੀ ਕਰਦੇ ਹੈ। ਕੈਸੀ ਸੱਚੇ ਪਾਤਸ਼ਾਹ ਨੇ ਆਪ ਨੂੰ ਅੰਮ੍ਰਿਤ ਦ੍ਰਿਸ਼ਟੀ ਦਿੱਤੀ ਹੈ, ਕਿੰਨਾ ਸੁੱਚਾ ਹਿਰਦਾ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਕਿ ਸੱਚੇ ਪਾਤਸ਼ਾਹ ਜੀ ਦਾ ਆਪ ਧਿਆਨ ਵਿੱਚ ਵੀ ਦਰਸ਼ਨ ਕਰਦੇ ਹੈ। ਆਪ ਜੀ ਦਾ ਸੱਚੇ ਪਾਤਸ਼ਾਹ ਜੀ ਨੇ ਇਹੋ ਜਿਹਾ ਮਨ ਸੁੱਚਾ ਕਰ ਦਿੱਤਾ ਹੈ ਕਿ ਸੱਚੇ ਪਾਤਸ਼ਾਹ ਜੀ ਦੀ ਯਾਦ ਸਦਾ ਹੀ ਕਵੀਰਾਜ ਜੀ ਦੇ ਮਨ ਵਿੱਚ ਬਣੀ ਰਹਿੰਦੀ ਹੈ। ਇਉਂ ਕਵੀਰਾਜ ਹੁਣ ਅੱਗੇ ਆਪਣੀ ਵਿੱਦਿਆ ਦਾਤੇ ਦਾ ਮੰਗਲ ਕਰਨਗੇ। ਜਿਨ੍ਹਾਂ ਕੋਲ ਕਵੀਰਾਜ ਜੀ ਨੇ ਵਿੱਦਿਆ ਪੜ੍ਹੀ ਹੈ, ਇਹ ਬ੍ਰਹਮ ਵਿੱਦਿਆ ਪ੍ਰਾਪਤ ਕਰਕੇ ਏਡੇ ਮਹਾਨ ਗ੍ਰੰਥਾਂ ਦੀ ਸਿਰਜਣਾ ਕੀਤੀ ਹੈ। ਆਪਣੇ ਵਿੱਦਿਆ ਦਾਤੇ, ਵਿੱਦਿਆ ਗੁਰੂ ਜੋ ਹਨ ਗਿਆਨੀ ਸੰਤ ਸਿੰਘ ਜੀ, ਉਹਨਾਂ ਦੇ ਨਾਮ ਦਾ ਮੰਗਲਾਚਰਨ ਕਰਨਗੇ ਕਿ ਉਹਨਾਂ ਦੀ ਰੋਜ਼ ਦੀ ਕਿਰਿਆ ਕੈਸੀ ਹੈ, ਉਹਨਾਂ ਦਾ ਸਰੂਪ ਕੈਸਾ ਹੈ। ਤੋ ਕਵੀਰਾਜ ਜਿਵੇਂ ਉਹਨਾਂ ਦੇ ਨਾਮ ਦਾ ਮੰਗਲਾਚਰਨ ਕਰਨਗੇ। ਕੱਲ ਨੂੰ ਇਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਕਿੰਕਰ ਉਤਾਰ ਪਰ ਦੀਜੀਏ ਦਿਦਾਰ ਨਿਜ, ਲਾਗੀ ਤੇਰੇ ਨਾਮ ਤਾਰ ਛੋਰੀ ਆਸ ਹੋਰੀਆ। ਪਰਿਓ ਦਰਬਾਰ ਸਭੈ ਥਾਵ ਨਿਰਧਾਰ ਕਰ, ਮੋਖ ਕੇ ਉਦਾਰ ਤੁਮ ਨਮੋਕਾਰ ਜੋਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਆਗਨਾਸ। हे पूरन हे सर्ब में दुख भंजन गुण तास। हे संगी हे निरंकार, हे निर्गुण सब टेक। हे गोबिंद हे गुण निधान, जाकै सदा बबेक। हे अपरंपर हर हरे, है पी होवन हे संत कै सदा संग निदार आधार। हे ठाकुर हूँ दास रो, मैं निर्गुण गुण नहीं कोए। नानक दीजै नाम दान, राखो हियै आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सो उतरे पार। जो शरधा कर सेम दे, गुर पार उतारन हार। कथा निता प्रत होत है,
ਸੁਨੋ ਸੋ ਸਿੰਘ। ਸੋ ਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।